ਵੀ ਨੈਕਸਟ ਚੈਪਟਰ ਆਪਾਂ ਸਟਾਰਟ ਕਰਨ ਲੱਗੇ ਹਾਂ ਬਾਇਓਮੋਲੀਕਿਊਲਸ। ਤਾਂ ਅਮਾਈਨਸ ਆਪਣਾ ਫਿਨਿਸ਼ ਹੋ ਚੁੱਕਿਆ ਹੈ, ਹੁਣ ਬਾਇਓਮੋਲੀਕਿਊਲਸ ਆਪਾਂ ਕਰਨ ਲੱਗੇ ਹਾਂ। ਐਗਜ਼ਾਮਸ ਦੇ ਵਿੱਚ ਇਹ ਚੈਪਟਰ ਵੀ ਆਪਾਂ ਨੂੰ ਆਉਣਾ ਹੈ, ਠੀਕ ਹੈ। ਬਹੁਤ ਹੀ ਛੋਟਾ ਜਿਹਾ ਚੈਪਟਰ ਹੈ ਤੇ ਮੋਸਟ ਆਫ ਦਾ ਕੰਟੈਂਟ ਜੋ ਹੈ ਇਸ ਚੈਪਟਰ ਦਾ ਉਹ ਲੋਕਡਾਊਨ ਦੇ ਕਾਰਨ ਕੱਟ ਹੋ ਗਿਆ ਹੈ। ਤਾਂ ਜੋ ਥੋੜਾ ਬਹੁਤ ਪੋਰਸ਼ਨ ਇਸ ਚੈਪਟਰ ਦਾ ਹੈ ਉਸ ਨੂੰ ਆਪਾਂ ਬੜੀ ਈਜ਼ੀਲੀ ਕਰ ਲਾਂਗੇ, ਠੀਕ ਹੈ। ਤਾਂ ਹੁਣ ਦੇਖੋ ਬਾਇਓਮੋਲੀਕਿਊਲਸ ਹੈ ਕੀ। ਬਾਇਓ ਦਾ ਜੋ ਵਰਡ ਹੈ ਉਹ ਆਪਾਂ ਨੂੰ ਦੱਸਦਾ ਕਿ ਇਟ ਇਜ਼ ਰਿਲੇਟਡ ਵਿਦ ਦ ਲਿਵਿੰਗ ਸਿਸਟਮ, ਹੈ ਨਾ। ਤਾਂ ਜੋ ਮੋਲੀਕਿਊਲਸ ਜੋ ਲਿਵਿੰਗ ਸਿਸਟਮ ਨਾਲ ਜੁੜੇ ਹੋਏ ਆ ਦੇ ਆਰ ਕਾਲਡ ਦਾ ਬਾਇਓਮੋਲੀਕਿਊਲਸ, ਠੀਕ ਹੈ। ਆਪਣਾ ਲਿਵਿੰਗ ਸਿਸਟਮ ਹੈ, ਬਟ ਆਪਣਾ ਜੋ ਲਿਵਿੰਗ ਸਿਸਟਮ ਹੈ ਇਸ ਦੀ ਇੱਕ ਬਹੁਤ ਹੀ ਇੰਟਰਸਟਿੰਗ ਗੱਲ ਇਹ ਹੈ ਕਿ ਆਪਣਾ ਲਿਵਿੰਗ ਸਿਸਟਮ ਕੁਝ ਨॉन ਲਿਵਿੰਗ ਐਟਮਸ ਨਾਲ ਵੀ ਲਿੰਕਡ ਹੈ, ਠੀਕ ਹੈ। ਬਹੁਤ ਸਾਰੇ ਨॉन ਲਿਵਿੰਗ ਐਟਮਸ ਦੇ ਮੋਲੀਕਿਊਲਸ ਜੋ ਹੈ ਉਹ ਕੰਬਾਈਨ ਹੋ ਰਹੇ ਇੱਕ ਦੂਸਰੇ ਨਾਲ, ਤੇ ਉਹਨਾਂ ਦੇ ਕੰਬੀਨੇਸ਼ਨ ਦੇ ਕਾਰਨ ਹੀ ਆਪਣਾ ਜੋ ਲਿਵਿੰਗ ਸਿਸਟਮ ਹੈ ਉਹ ਪੋਸੀਬਲ ਹੈ, ਠੀਕ ਹੈ। ਸੋ ਸੱਚ ਮੋਲੀਕਿਊਲਸ ਵਿਚ ਮੇਕ ਦ ਲਿਵਿੰਗ ਸਿਸਟਮ ਪੋਸੀਬਲ ਦੇ ਆਰ ਕਾਲਡ ਦ ਬਾਇਓਮੋਲੀਕਿਊਲਸ। ਤਾਂ ਆਪਣੇ ਕੁਝ ਐਗਜ਼ਾਮਪਲਸ ਮੈंने ਲਿਖੀਆਂ ਹੋਈਆਂ ਬੋਰਡ ਦੇ ਉੱਪਰ ਕਿ ਕਿਸ ਕਿਸ ਟਾਈਪ ਦੇ ਬਾਇਓਮੋਲੀਕਿਊਲਸ ਆਪਣੇ ਕੋਲੇ ਅਵੇਲੇਬਲ ਹੈ, ਠੀਕ ਹੈ। ਬਹੁਤ ਸਾਰੇ ਹੈ बट मैंने कुछ लिखे हैं कुछ एग्जांपल्स लाइक जिसमें कार्बोहाइड्रेट है, प्रोटीन है, लिपिड्स, फैट्स, न्यूक्लिक एसिड्स, विटामिन्स, ये सारे एक ਮੋਲੀਕਿਊਲਸ ਹੈ ਜਿਹੜੇ ਆਪਣੇ ਲਿਵਿੰਗ ਸਿਸਟਮ ਨੂੰ ਪੋਸੀਬਲ ਰੱਖੀ ਬੈਠੇ ਹੈ ਨਾ। ਇਹਨਾਂ ਤੋਂ ਬਿਨਾ ਆਪਣਾ ਲਿਵਿੰਗ ਸਿਸਟਮ ਪੋਸੀਬਲ ਨਹੀਂ ਹੈ। ਸੋ ਇਹਨਾਂ ਮੋਲੀਕਿਊਲਸ ਨੂੰ ਆਪਾਂ 1 ਬਾਈ 1 ਸਟੱਡੀ ਕਰਨਾ ਹੈ, ਠੀਕ ਹੈ। ਤਾਂ ਫਸਟਲੀ ਜੋ ਹੈ ਆਪਾਂ ਸਟੱਡੀ ਕਰਾਂਗੇ ਕਾਰਬੋਹਾਈਡਰੇਟਸ ਦੇ ਬਾਰੇ। ਤਾਂ ਵਾਟ ਆਰ ਕਾਰਬੋਹਾਈਡਰੇਟਸ? ਕਾਰਬੋਹਾਈਡਰੇਟਸ ਕੀ ਨੇ? ਕਾਰਬੋਹਾਈਡਰੇਟ ਇਸ ਦਾ ਨੇਮ ਹੀ ਆਪਾਂ ਨੂੰ ਸ਼ੋ ਕਰ ਰਿਹਾ ਹੈ। ਕਾਰਬੋ ਮੀਨਸ ਕੇ ਕਾਰਬਨ, ਹਾਈਡਰੇਟ ਮੀਨਸ ਕੇ ਵਾਟਰ। ਤਾਂ ਕਾਰਬਨ ਤੇ ਵਾਟਰ ਨੂੰ ਕੰਬਾਈਨ ਕਰਕੇ ਜੋ ਪ੍ਰੋਡਕਟਸ ਬਣਦੇ ਹੈ ਦੇ ਆਰ ਕਾਲਡ ਦਾ ਕਾਰਬੋਹਾਈਡਰੇਟਸ, ਠੀਕ ਹੈ। ਇਸ ਨੂੰ ਆਪਾਂ ਜਨਰਲੀ ਇਸ ਤਰ੍ਹਾਂ ਲਿਖ ਲੈਂਦੇ ਹਾਂ CxH2OY। CxH2OY ਦਾ ਮਤਲਬ ਕਿ X ਐਟਮਸ ਜੋ ਹੈ ਕਾਰਬਨ ਦੇ ਹੋਣਗੇ ਤੇ Y ਨੰਬਰ ਆਫ ਮੋਲੀਕਿਊਲਸ ਕਿਸ ਦੇ ਹੋਣਗੇ? ਵਾਟਰ ਦੇ, ਠੀਕ ਹੈ। X ਐਟਮਸ ਆਫ ਕਾਰਬਨ ਐਂਡ Y ਮੋਲੀਕਿਊਲਸ ਆਫ ਵਾਟਰ। ਸੋ ਇਹਨਾਂ ਦੇ ਕੰਬੀਨੇਸ਼ਨ ਨਾਲ ਜੋ ਪ੍ਰੋਡਕਟਸ ਬਣਨਗੇ ਦੇ ਵਿਲ ਬੀ ਕਾਲਡ ਦਾ ਕਾਰਬੋਹਾਈਡਰੇਟਸ, ਠੀਕ ਹੈ। ਬਹੁਤ ਡਿਫਰੈਂਟ ਟਾਈਪ ਦੇ ਕਾਰਬੋਹਾਈਡਰੇਟਸ ਆਪਣੇ ਕੋਲੇ ਅਵੇਲੇਬਲ ਹੈ। ਆਪਾਂ ਇਹਨਾਂ ਦੀ ਕਲਾਸੀਫਿਕੇਸ਼ਨ ਕਰਦੇ ਹਾਂ ਸਭ ਤੋਂ ਪਹਿਲਾਂ, ਫਿਰ ਇਹਨਾਂ ਦੀਆਂ ਕੁਝ ਐਗਜ਼ਾਮਪਲਸ ਆਪਾਂ ਸਟਾਰਟ ਕਰਾਂਗੇ, ਠੀਕ ਹੈ। ਸੋ ਕਲਾਸੀਫਿਕੇਸ਼ਨ ਜੋ ਹੈ ਇਹਨਾਂ ਦੀ ਹਾਈਡਰੋਲਾਈਸਿਸ ਦੇ ਬੇਸ ਦੇ ਉੱਪਰ ਕੀਤੀ ਗਈ ਹੈ। ਹਾਈਡਰੋਲਾਈਸਿਸ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੇ ਕਾਰਬੋਹਾਈਡਰੇਟ ਨੇ ਉਹਨਾਂ ਨੂੰ ਆਪਾਂ ਬ੍ਰੇਕ ਕਰਨਾ ਹੈ ਬਾਈ ਐਡੀਸ਼ਨ ਆਫ ਵਾਟਰ, ਠੀਕ ਹੈ। ਵਾਟਰ ਪਾ ਕੇ ਉਸ ਨੂੰ ਬ੍ਰੇਕ ਕਰਨਾ ਹੈ। ਤਾਂ ਹਾਈਡਰੋਲਾਈਜ਼ ਕਰਨ ਤੋਂ ਬਾਅਦ ਆਪਣੇ ਕੋਲੇ ਕੀ ਪ੍ਰੋਡਕਟਸ ਬਣਦੇ ਨੇ, ਉਹਨਾਂ ਪ੍ਰੋਡਕਟਸ ਦੇ ਬੇਸ ਦੇ ਉੱਪਰ ਇਹਦੀ ਕਲਾਸੀਫਿਕੇਸ਼ਨ ਹੈ, ਠੀਕ ਹੈ। ਸੋ ਕਲਾਸੀਫਿਕੇਸ਼ਨ ਜੋ ਹੈ that is on basis of hydrolysis products। ਤਾਂ ਹਾਈਡਰੋਲਾਈਜ਼ ਕਰਕੇ ਕਾਰਬੋਹਾਈਡਰੇਟਸ ਨੂੰ ਜੋ ਪ੍ਰੋਡਕਟ ਬਣਦੇ ਆ ਤਾਂ ਉਸ ਦੇ ਬੇਸ ਦੇ ਉੱਪਰ ਆਪਾਂ ਕਲਾਸੀਫਿਕੇਸ਼ਨ ਕਰਨੀ ਹੈ, ਠੀਕ ਹੈ। ਸੋ ਇਹ ਹੈਡਿੰਗ ਹੋ ਗਈ ਆਪਣੀ। ਤਾਂ ਹੁਣ ਆਪਾਂ ਕਲਾਸੀਫਾਈ ਕਰਦੇ ਹਾਂ ਹਾਈਡਰੋਲਾਈਸਿਸ ਪ੍ਰੋਡਕਟ ਦੇ ਬੇਸ ਦੇ ਉੱਪਰ ਕਾਰਬੋਹਾਈਡਰੇਟਸ ਨੂੰ 3 ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਕਲਾਸੀਫਾਈ ਕੀਤਾ ਗਿਆ ਹੈ। ਫਰਸਟ ਹੈ ਮੋਨੋਸੈਕਰਾਈਡ। सैकराइड जो है वो कार्बोहाइड्रेट का ही दूसरा नेम है, ठीक है। कार्बोहाइड्रेट का ही दूसरा नेम सैकराइड। मोनोसैकराइड। सेकंड है ओलिगोसैकराइड। थर्ड है पॉलीसैकराइड। So we have 3 different types of carbohydrates on the basis of hydrolyzed products, ठीक है। मोनोसैकराइड केड़े हुंदे हैं? मोनोसैकराइड दा मतलब है कि कार्बोहाइड्रेट्स, चलो मैं तो एक दी कंप्लीट डेफिनेशन लिखवा देना। द कार्बोहाइड्रेट्स which do not get hydrolyzed are called monosaccharides, ठीक है। ओलिगोसैकराइड्स के लिए द कार्बोहाइड्रेट्स which give 2 to 10 monosaccharides on hydrolysis। polysaccharides के लिए the carbohydrates which give more than 10 monosaccharides on hydrolysis।
सो देखो अपने को डिफरेंट टाइप के कार्बोहाइड्रेट्स है, ठीक है। जो क्लासिफिकेशन है मोनोसैकेराइड, ओलिगोसैकेराइड एंड पॉलीसैकेराइड। मोनोसैकेराइड का मतलब की है कि उसके सिर्फ एक ही शुगर यूनिट है। मोनो मींस के वन, इट हैज ओनली वन सैकेराइड, सैकेराइड मींस के शुगर, इट हैज ओनली वन शुगर यूनिट, ठीक है। तो एक ही सिंपल यूनिट है, तो उस एक सिंगल यूनिट ਨੂੰ ਆਪਾਂ ਫਰਦਰ ਬ੍ਰੇਕ ਨਹੀਂ ਕਰ ਸਕਦੇ, ਠੀਕ ਹੈ। ਤਾਂ ਮੋਨੋਸੈਕਰਾਈਡ ਕੀ ਨੇ? ਥੀਸ ਆਰ ਸਚ ਟਾਈਪ ਆਫ ਕਾਰਬੋਹਾਈਡਰੇਟਸ ਵਿਚ ਡੂ ਨਾਟ ਗੈਟ ਹਾਈਡਰੋਲਾਈਜ਼, ਮਤਲਬ ਜਿਨ੍ਹਾਂ ਨੂੰ ਆਪਾਂ ਹੋਰ ਬ੍ਰੇਕ ਨਹੀਂ ਕਰ ਸਕਦੇ, ਠੀਕ ਹੈ। ਜਿੰਨਾ ਬ੍ਰੇਕ ਹੋਣੇ, ਇਹ ਤਾਂ ਆਲਰੇਡੀ ਸਭ ਤੋਂ ਛੋਟੀ ਯੂਨਿਟ ਹੈ, ਇਸ ਨੂੰ ਹੋਰ ਤੁਸੀਂ ਕਿਵੇਂ ਛੋਟਾ ਕਰੋਗੇ, ਹੈ ਨਾ। ਸੋ ਇਸ ਤਰ੍ਹਾਂ ਦੇ ਮੋਲੀਕਿਊਲਸ ਜਿਨ੍ਹਾਂ ਨੂੰ ਆਪਾਂ ਫਰਦਰ ਹਾਈਡਰੋਲਾਈਜ਼ ਨਹੀਂ ਕਰ ਸਕਦੇ, ਦੇ ਆਰ ਕਾਲਡ ਦਾ ਮੋਨੋਸੈਕਰਾਈਡ। ਇਸ ਤੋਂ ਬਾਅਦ ਆ ਗਿਆ ਓਲੀਗੋਸੈਕਰਾਈਡ। ਓਲੀਗੋਸੈਕਰਾਈਡਸ ਕਿਹੜੇ ਹੁੰਦੇ ਆ? ਜਿਨ੍ਹਾਂ ਨੂੰ ਹਾਈਡਰੋਲਾਈਜ਼ ਕੀਤਾ ਜਾ ਸਕਦਾ ਹੈ, ਤੇ ਹਾਈਡਰੋਲਾਈਜ਼ ਕਰਨ ਤੋਂ ਬਾਅਦ ਉਸਦੇ ਬਹੁਤ ਛੋਟੇ-ਛੋਟੇ ਮੋਨੋਸੈਕਰਾਈਡਸ ਬਣ ਜਾਣਗੇ। ਕਿੰਨੇ ਬਣ ਸਕਦੇ ਆ? ਉਹ ਆਪਾਂ ਲਿਖਿਆ 2 ਤੋਂ ਲੈ ਕੇ 10 ਤੱਕ। ਮੀਨਸ ਕਿ ਅਗਰ ਇੱਕ ਮੋਲੀਕਿਊਲ ਨੂੰ ਬ੍ਰੇਕ ਕਰਕੇ 2 ਮੋਨੋਸੈਕਰਾਈਡ ਬਣਦੇ ਆ ਤਾਂ ਉਹ ਓਲੀਗੋ ਦੀ ਕੈਟਾਗਰੀ ਚ ਆਏਗਾ। ਅਗਰ 4 ਬਣਦੇ ਆ ਤਾਂ ਵੀ ਓਲੀਗੋ ਦੀ ਕੈਟਾਗਰੀ ਚ ਆਏਗਾ। ਅਗਰ 8 ਬਣਦੇ ਆ ਤਾਂ ਵੀ ਓਲੀਗੋ ਦੀ ਕੈਟਾਗਰੀ ਚ ਆਏਗਾ। ਅਗਰ 10 ਵੀ ਬਣਦੇ ਆ ਤਾਂ ਵੀ ਓਲੀਗੋ ਦੀ ਕੈਟਾਗਰੀ ਚ ਆਏਗਾ, ਠੀਕ ਹੈ। मतलब 2 ਤੋਂ ਲੈ ਕੇ 10 ਮੋਨੋਸੈਕਰਾਈਡਸ ਅਗਰ ਬਣਨਗੇ ਤਾਂ ਉਹ ਓਲੀਗੋ ਦੀ ਕੈਟਾਗਰੀ ਚ ਲਿਖਿਆ ਜਾਏਗਾ। ਅਗਰ ਮੋਰ ਦੈਨ 10 ਬਣ ਜਾਂਦੇ ਆ ਤਾਂ ਫਿਰ ਉਹ ਪੋਲੀ ਦੀ ਕੈਟਾਗਰੀ ਚ ਆਏਗਾ, ਠੀਕ ਹੈ। ਫਿਰ ਉਹ ਪੋਲੀਸੈਕਰਾਈਡ ਦੀ ਕੈਟਾਗਰੀ ਦੇ ਵਿੱਚ ਆ ਜਾਏਗਾ। ਤਾਂ ਇਹ ਆਪਣੇ ਕੋਲੇ 3 ਡਿਫਰੈਂਟ ਕਾਰਬੋਹਾਈਡਰੇਟਸ ਹੈ। ਇਹਨਾਂ ਦੀ ਆਪਾਂ ਐਗਜ਼ਾਮਪਲਸ ਨੋਟ ਕਰਦੇ ਹਾਂ। ਮੋਨੋਸੈਕਰਾਈਡ ਦੀ ਨੋਟ ਕਰੋ। ਸਭ ਤੋਂ ਪਹਿਲਾਂ ਜਿਵੇਂ ਗਲੂਕੋਜ਼ ਹੈ, ਠੀਕ ਹੈ, ਫਰਕਟੋਜ਼ ਹੈ, ਰਾਈਬੋਜ਼ ਹੈ, ਇਹ ਸਾਰੇ ਸਭ ਤੋਂ ਸਿੰਪਲ ਮੋਨੋਸੈਕਰਾਈਡਸ ਹੈ। ਇਹਨਾਂ ਨੂੰ ਤੁਸੀਂ ਫਰਦਰ ਬ੍ਰੇਕ ਨਹੀਂ ਕਰ ਸਕਦੇ। ओलिगो ਦੇ ਵਿੱਚ ਆ ਜਾਂਦੇ ਆ ਲਾਈਕ ਜਿਵੇਂ ਸੁਕਰੋਜ਼ ਹੈ, ਠੀਕ ਹੈ, ਮਾਲਟੋਜ਼ ਹੈ, ਤੇ ਹੋਰ ਕਿਹੜਾ ਕਰੋਗੇ? ਦੋ ਹੀ ਯਾਦ ਕਰ ਲਓ, ਠੀਕ ਹੈ, ਸੁਕਰੋਜ਼ ਤੇ ਮਾਲਟੋ ਯਾਦ ਕਰ ਲਓ। ਪੋਲੀਸੈਕਰਾਈਡ ਦੇ ਵਿੱਚ ਯਾਦ ਰੱਖੋ ਸਟਾਰਚ ਹੈ ਤੇ ਸੈਲੂਲੋਜ਼ ਹੈ, ਠੀਕ ਹੈ। ਇਹ ਕੁਝ ਐਗਜ਼ਾਮਪਲਸ ਆਪਾਂ ਨੂੰ ਜਿਹੜੀਆਂ ਹੈਗੀਆਂ ਯਾਦ ਰੱਖਣੀਆਂ ਹੈ। ਤਾਂ ਹੋਰ ਵੀ ਬਹੁਤ ਸਾਰੀਆਂ ਹੁੰਦੀਆਂ, ਠੀਕ ਹੈ। ਲੈਕਟੋਜ਼ ਹੁੰਦਾ, ਰੈਫਿਨੋਜ਼ ਹੁੰਦਾ, ਬਟ ਇਹਨੇ ਸਾਰੇ ਆਪਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ। ਜਿੰਨੇ ਕਿ ਆਪਾਂ ਨੂੰ ਜ਼ਰੂਰਤ ਪਏਗੀ ਉਹਨੇ ਹੀ ਆਪਾਂ ਯਾਦ ਰੱਖਾਂਗੇ, ਠੀਕ ਹੈ। ਤਾਂ ਗਲੂਕੋਜ਼, ਫਰਕਟੋਜ਼, ਰਾਈਬੋਜ਼ ਇਹ ਆਪਣੇ ਕੋਲੇ ਮੋਨੋਸੈਕਰਾਈਡਸ ਹੋ ਗਏ। ਓਲੀਗੋ ਹੋ ਗਏ ਜਿਵੇਂ ਸੁਕਰੋਜ਼ ਤੇ ਮਾਲਟੋਜ਼ ਹੋ ਗਿਆ। ਪੋਲੀਸੈਕਰਾਈਡ ਹੋ ਗਏ ਸਟਾਰਚ ਤੇ ਸੈਲੂਲੋਜ਼ ਹੋ ਗਿਆ, ਠੀਕ ਹੈ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਮੋਲੀਕਿਊਲਸ ਆਪਣੇ ਕੋਲੇ ਅਵੇਲੇਬਲ ਹੈ ਜਿਨ੍ਹਾਂ ਨੂੰ ਆਪਾਂ ਕਾਰਬੋਹਾਈਡਰੇਟਸ ਦੇ ਵਿੱਚ ਕਲਾਸੀਫਾਈ ਕੀਤਾ ਹੈ। ਹੁਣ ਇਹਨਾਂ ਮੋਲੀਕਿਊਲਸ ਨੂੰ 1 ਬਾਈ 1 ਆਪਾਂ ਨੇ ਸਟੱਡੀ ਕਰਨਾ ਹੈ, ਠੀਕ ਹੈ। ਜਿੰਨੇ ਕ ਆਪਣੇ ਸਿਲੇਬਸ 'ਚ ਉਹਨਾਂ ਨੂੰ ਆਪਾਂ ਸਟੱਡੀ ਕਰਾਂਗੇ। ਤਾਂ ਸਭ ਤੋਂ ਫਰਸਟ ਜੋ ਮੋਲੀਕਿਊਲ ਆਪਣੇ ਸਿਲੇਬਸ ਦੇ ਵਿੱਚ ਆਉਂਦਾ ਹੈ ਉਹ ਹੈ ਗਲੂਕੋਜ਼। ਤਾਂ ਮੋਨੋਸੈਕਰਾਈਡਸ ਦੇ ਵਿੱਚ ਸਭ ਤੋਂ ਫਰਸਟ ਐਗਜ਼ਾਮਪਲ ਆਪਾਂ ਕਰਨ ਜਾ ਰਹੇ ਹਾਂ ग्लूकोज, ठीक है। ग्लूकोज ਤੇ ਫਰਕਟੋਜ਼ ਆਲਮੋਸਟ ਸਿਮਿਲਰ ਹੈ, ਠੀਕ ਹੈ। ਥੋੜਾ ਬਹੁਤ ਡਿਫਰੈਂਸ ਹੈ ਫੰਕਸ਼ਨਲ ਗਰੁੱਪ ਦਾ, ਬਟ ਇਹਨਾਂ ਦੀਆਂ ਪ੍ਰੋਪਰਟੀਜ਼ ਕਾਫੀ ਹੱਦ ਤੱਕ ਮੈਚ ਕਰਦੀਆਂ। ਤਾਂ ਗਲੂਕੋਜ਼ ਤੇ ਫਰਕਟੋਜ਼ ਸਾਈਮਲਟੇਨੀਅਸਲੀ ਹੀ ਚੱਲਣਗੇ, ਠੀਕ ਹੈ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਗਲੂਕੋਜ਼ ਦੀ। ਗਲੂਕੋਜ਼ ਦਾ ਜੋ ਮੋਲੀਕੂਲਰ ਫਾਰਮੂਲਾ ਹੈ that is C6H12O6, ਠੀਕ ਹੈ। ਇਸੇ ਤਰ੍ਹਾਂ ਦਾ ਫਰਕਟੋਜ਼ ਹੈ। ਫਰਕਟੋਜ਼ ਦਾ ਵੀ ਮੋਲੀਕੂਲਰ ਫਾਰਮੂਲਾ ਹੈ C6H12O6। बट डिफरेंस की है कि ग्लूकोज ਦੇ ਵਿੱਚ ਜੋ ਫੰਕਸ਼ਨਲ ਗਰੁੱਪ ਹੈ that is aldehyde ਤੇ ਫਰਕਟੋਜ਼ ਦੇ ਵਿੱਚ ਜੋ ਫੰਕਸ਼ਨਲ ਗਰੁੱਪ ਹੈ that is ketone। तो फंक्शनल ग्रुप ਦਾ डिफरेंस है, इधर एल्डिहाइड है दूसरे पासे कीटोन है, ठीक है। अच्छा ਹੁਣ ਆਪਾਂ ग्लूकोज ਤੇ ਫਰਕਟੋਜ਼ ਦੀ ਸਟਰਕਚਰ ਬਣਾਈਏ ਸਭ ਤੋਂ ਪਹਿਲਾਂ, ਠੀਕ ਹੈ। ग्लूकोज ਦੀ ਸਟਰਕਚਰ ਦੇ ਵਿੱਚ ਦੇਖੋ 1 2 3 4 5 6 we have 6 कार्बन एटम्स, ठीक है। तो ग्लूकोज की स्ट्रक्चर बनाने हैं ਆਪਾਂ। स्ट्रक्चर्स बहुत इंपॉर्टेंट है। अगर ਤੁਸੀਂ स्ट्रक्चर बना लिया सही तरीके ਨਾਲ, ठीक है, तो ਤੁਹਾਡਾ ਚੈਪਟਰ more than 50% ਹੋ ਗਿਆ। ਤਾਂ 1 2 3 4 5 6 ਕਾਰਬਨ ਐਟਮਸ ਆਪਾਂ ਨੇ ਇੱਕ ਲਾਈਨ ਦੇ ਵਿੱਚ ਬਣਾਣੇ ਆ, ਇੱਕ ਲੀਨੀਅਰ ਚੇਨ ਦੇ ਵਿੱਚ ਬਣਾਣੇ ਆ, ਠੀਕ ਹੈ। ਹਰ ਇੱਕ ਕਾਰਬਨ ਦੇ ਵਿੱਚ ਚਲੋ ਜਿਹੜਾ ਫਰਸਟ ਕਾਰਬਨ ਹੈ, ਫਰਸਟ ਕਾਰਬਨ ਨੂੰ ਆਪਾਂ ਐਲਡੀਹਾਈਡ ਬਣਾਣਾ ਹੈ ਕਿਉਂਕਿ ਗਲੂਕੋਜ਼ ਜੋ ਹੈ ਉਹ ਐਲਡੀਹਾਈਡ ਫੰਕਸ਼ਨਲ ਗਰੁੱਪ ਹੁੰਦਾ ਹੈ। ਤਾਂ ਫਰਸਟ ਕਾਰਬਨ ਨੂੰ ਐਲਡੀਹਾਈਡ ਬਣਾ ਦਾਂਗੇ ਆਪਾਂ, ਠੀਕ ਹੈ। C ਡਬਲ ਬੌਂਡ O ਤੇ H, ਦਿਸ ਇਜ਼ ਐਲਡੀਹਾਈਡ। ਜਿਹੜੀ ਬਿਲਕੁਲ ਲਾਸਟ ਵਾਲੀ ਕਾਰਬਨ ਹੈ, ਇਸ ਲਾਸਟ ਵਾਲੀ ਕਾਰਬਨ ਦੇ ਨਾਲ ਆਪਾਂ ਨੇ 3 ਬੌਂਡਸ ਲਗਾਣੇ ਆ ਜਿਸ ਦੇ ਵਿੱਚੋਂ 2 ਹਾਈਡਰੋਜਨ ਐਟਮਸ ਹੈ ਤੇ ਇੱਕ OH ਹੈ, ਠੀਕ ਹੈ। ਇਹ ਲਾਸਟ ਵਾਲੀ ਕਾਰਬਨ, ਇਸ ਨਾਲ 2 ਹਾਈਡਰੋਜਨ ਹੈ ਤੇ ਇੱਕ OH ਗਰੁੱਪ ਹੈ। ਬਾਕੀ ਜੋ ਸੈਂਟਰ ਦੇ ਵਿੱਚ ਰਹਿ ਗਈਆਂ 4, ਇਹਨਾਂ ਦੇ 2-2 ਐਟਮਸ ਜਿਹੜੇ ਹੈਗੇ ਆ ਉਹ ਹਲੇ ਨਹੀਂ ਲੱਗੇ ਹੋਏ। ਤਾਂ ਉਹ 2-2 ਐਟਮਸ ਕਿਹੜੇ ਆ? ਇੱਕ H ਹੈ ਤੇ ਇੱਕ OH ਹੈ, ਠੀਕ ਹੈ। ਸਭ ਨਾਲ ਇੱਕ H ਲਗਾਣਾ, ਇੱਕ OH ਲਗਾਣਾ। ਤਾਂ ਇੱਥੋਂ ਆਪਾਂ ਸਟਾਰਟ ਕਰਾਂਗੇ HOH, ठीक है। OH मैं राइट साइड ਤੇ ਲਿਆ ਸੀ, ਅਗਲੀ ਵਾਰੀ OH ਲੈਫਟ ਸਾਈਡ ਤੇ ਲੈਣਾ ਹੈ ਤੇ ਇੱਧਰ H ਆ ਜਾਏਗਾ। ਅਗਲੀ ਵਾਰੀ OH ਫਿਰ ਰਾਈਟ ਸਾਈਡ ਤੇ ਤੇ H ਇੱਥੇ ਆ ਜਾਏਗਾ। ਨੈਕਸਟ ਟਾਈਮ ਜਿਹੜੀ ਲਾਸਟ ਕਾਰਬਨ ਰਹਿ ਗਈ ਆਹ ਵਾਲੀ, ਠੀਕ ਹੈ, ਇਸ ਦੇ ਨਾਲ ਵੀ OH ਲਗਾਣਾ ਹੈ। ਇੱਥੇ ਤੁਹਾਡੀ ਚੋਇਸ ਹੈ, ਤੁਸੀਂ ਰਾਈਟ ਸਾਈਡ ਤੇ ਲਗਾਉਣਾ ਚਾਹੁੰਦੇ ਹੋ ਕਿ ਲੈਫਟ ਸਾਈਡ ਤੇ ਲਗਾਉਣਾ ਚਾਹੁੰਦੇ ਹੋ, ਠੀਕ ਹੈ। ਇਹ ਆਪਣੀ ਚੋਇਸ ਹੈ।
सपोज करो मैं राइट साइड पे लगा देना, ठीक है। अगर राइट साइड पे लगाऊंगा तो इतने एच आ जाएगा, ठीक है। सेम एक बार फिर इसकी स्ट्रक्चर बनाने ਆਪਾਂ 1 2 3 4 5 6 कार्बन एटम्स। फर्स्ट जो होएगा दैट विल बी एल्डिहाइड, ठीक है। जो लास्ट वाली कार्बन होएगी प्राइमरी अल्कोहल होएगी CH2OH, ठीक है। मैं कंबाइन करके लिख लिया CH2OH। जो विच रह गया कार्बन ਉਹਨਾਂ ਨਾਲ ਇੱਕ ਇੱਕ H ਤੇ ਇੱਕ ਇੱਕ OH लगाना है। फर्स्टली H OH राइट साइड ਤੇ, ठीक है, फिर OH लेफ्ट साइड ਤੇ, फिर OH राइट साइड ਤੇ। तो ਜਿਹੜੀ ਆ ਲਾਸਟ ਵਾਲੀ ਕਾਰਬਨ ਰਹੇਗੀ ਇਸ ਕਾਰਬਨ ਨਾਲ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਲੈਫਟ ਜਾਂ ਰਾਈਟ ਕਿਤੇ ਵੀ ਲਗਾ ਸਕਦੇ ਹੋ। ਰਾਈਟ ਤੇ ਆਲਰੇਡੀ ਲਗਾ ਚੁੱਕੇ ਆ ਆਪਾਂ, ਹੁਣ ਆਪਾਂ ਲੈਫਟ ਦੇ ਉੱਤੇ ਲਗਾ ਦੇਣੇ, ਠੀਕ ਹੈ। ਇੱਧਰ H ਆਵੇਗਾ। ਸੋ ਇਸ ਤਰੀਕੇ ਨਾਲ ਗਲੂਕੋਜ਼ ਦੀਆਂ ਦੋ ਡਿਫਰੈਂਟ ਫਾਰਮਸ ਬਣ ਜਾਂਦੀਆਂ, ਠੀਕ ਹੈ। ਦਿਸ ਇਜ਼ ਕਾਲਡ ਡੀ ਗਲੂਕੋਜ਼ and this is called L glucose। डी ग्लूकोज ਤੇ L ਗਲੂਕੋਜ਼ ਦਾ ਆਪਾਂ ਨੂੰ ਪਤਾ ਕਿਵੇਂ ਲੱਗਦਾ ਹੈ ਇਹ ਚੀਜ਼ਾਂ ਮੈਂ ਤੁਹਾਨੂੰ ਦੱਸੂਗਾ, ਠੀਕ ਹੈ। ਬਟ ਫਿਲਹਾਲ ਕੱਲੀ ਆਪਾਂ ਸਟਰਕਚਰ ਦੇ ਉੱਤੇ ਫੋਕਸ ਕਰ ਰਹੇ ਹਾਂ। ਗਲੂਕੋਜ਼ ਦੀ ਸਟਰਕਚਰ ਹੋਗੀ, ਠੀਕ ਹੈ। ਇਸੇ ਤਰੀਕੇ ਨਾਲ ਫਰਕਟੋਜ਼ ਦੀ ਸਟਰਕਚਰ, ਫਰਕਟੋਜ਼ ਦੇ ਵਿੱਚ ਵੀ ਆਪਣੇ ਕੋਲੇ 6 ਕਾਰਬਨ ਐਟਮਸ ਹੈ, 6 ਕਾਰਬਨ ਐਟਮਸ, ਠੀਕ ਹੈ। ਇਸ ਦੇ ਵਿੱਚ ਕੀ ਹੈ ਕਿ ਕੀਟੋਨ ਹੈ ਫੰਕਸ਼ਨਲ ਗਰੁੱਪ। ਕੀਟੋਨ ਹੋਣ ਦਾ ਮਤਲਬ ਕਿ ਫਰਸਟ ਕਾਰਬਨ ਦਾ ਡਬਲ ਬੌਂਡ ਉਹ ਲਗਾ ਨਹੀਂ ਸਕਦਾ ਮੈਂ, ਕਿਉਂਕਿ ਫਰਸਟ ਕਾਰਬਨ ਨਾਲ ਡਬਲ ਬੌਂਡ ਉਹ ਲਗਾਉਂਗਾ ਤੇ ਐਲਡੀਹਾਈਡ ਬਣੇਗਾ, ਠੀਕ ਹੈ। ਤਾਂ ਸੈਕੰਡ ਕਾਰਬਨ ਹੀ ਮੇਰੀ C ਡਬਲ ਬੌਂਡ ਉਹ ਚ ਮੈਂ ਚੇਂਜ ਕਰ ਸਕਦਾ, ਕਿਉਂਕਿ ਕੀਟੋਨ ਕਿਹੜਾ ਹੁੰਦਾ, ਕੀਟੋਨ ਉਹ ਹੁੰਦਾ ਹੈ ਜਿਸ ਦੇ ਦੋਨੇ ਸਾਈਡਸ ਤੇ ਕਾਰਬਨ ਅਟੈਚ ਹੋਵੇ, ਹੈ ਨਾ। C ਡਬਲ ਬੌਂਡ ਉਹਦੇ ਦੋਨੇ ਸਾਈਡ ਤੇ ਕਾਰਬਨ ਗਰੁੱਪ ਲੱਗਿਆ ਹੋਵੇ, R ਗਰੁੱਪ ਲੱਗਿਆ ਹੋਵੇ। ਤਾਂ ਇਹ ਕੀਟੋਨ ਤਾਂ ਹੀ ਬਣੇਗਾ ਅਗਰ ਮੈਂ ਸੈਕੰਡ ਕਾਰਬਨ ਨਾਲ C ਡਬਲ ਬੌਂਡ ਉਹ ਲਗਾਉਂਗਾ, ਠੀਕ ਹੈ। ਹੁਣ ਬਾਕੀਆਂ ਦੇ ਵੈਲੈਂਸੀ ਕੰਪਲੀਟ ਕਰੀਏ, ठीक है। ਇਹਦੇ ਨਾਲ 3 ਬੌਂਡਸ ਲਗਾਣੇ ਆ, ਇਸ ਨਾਲ ਵੀ 3 ਬੌਂਡਸ ਲਗਾਣੇ ਆ ਆਪਾਂ ਨੇ, ਠੀਕ ਹੈ। ਤਾਂ ਹੁਣ ਇਹਦੇ ਨਾਲ 2 ਹਾਈਡਰੋਜਨ ਤੇ 1 OH, ਇਸ ਨਾਲ ਵੀ 2 ਹਾਈਡਰੋਜਨ ਤੇ 1 OH ਲੱਗ ਜਾਏਗਾ। ਹੁਣ ਜਿਹੜੇ ਰਹਿ ਗਏ 1 2 3 ਇਹਨਾਂ ਤਿੰਨਾਂ ਨਾਲ 2-2 ਐਟਮ ਜਿਹੜੇ ਹੈਗੇ ਆਪਾਂ ਨੇ ਲਗਾਣੇ ਆ। ਉਹ 2-2 ਗਰੁੱਪ ਕਿਹੜੇ ਲੱਗਣਗੇ, ਠੀਕ ਹੈ। ਤੁਸੀਂ ਇੱਥੋਂ ਦੇਖੋ, ਜੋ ਤੁਸੀਂ ਗਲੂਕੋਜ਼ ਦੀ ਬਣਾਈ ਸੀ, ਇਹ ਵਾਲੀ ਬਣਾਈ ਸੀ ਨਾ ਆਪਾਂ ਸਭ ਤੋਂ ਪਹਿਲਾਂ ਗਲੂਕੋਜ਼ ਦੀ 1 2 3 4 5 6। ਇੱਥੇ ਵੀ 1 2 3 4 5 6 ਜੋ ਐਟਮਸ ਰਹਿ ਗਏ ਉਸੇ ਤਰੀਕੇ ਨਾਲ ਲਗਾਣੇ ਜਿਵੇਂ ਗਲੂਕੋਜ਼ ਚ ਲਗਾਏ ਸੀ, ਠੀਕ ਹੈ। ਇੱਥੇ 3rd ਨੰਬਰ ਤੇ ਲਗਾਣੇ ਨਾ, ਤਾਂ ਗਲੂਕੋਜ਼ ਦੀ 3rd ਨੰਬਰ ਦੇਖੋ, 3rd ਨੰਬਰ ਦਾ OH ਲੈਫਟ ਸਾਈਡ ਤੇ ਹੈ, ਇੱਥੇ ਵੀ ਲੈਫਟ ਸਾਈਡ ਤੇ H। 4th ਦਾ HOH ਹੈ ਤਾਂ ਇੱਥੇ ਵੀ HOH ਲਗਾ ਦਿਓ। 5th ਚ ਵੀ H ਤੇ OH ਹੈ ਤਾਂ ਇੱਥੇ ਵੀ ਆਪਾਂ H ਤੇ OH ਲਗਾ ਲਾਂਗੇ, ਠੀਕ ਹੈ। ਹਾਲਾਂਕਿ ਜੋ 5th ਨੰਬਰ ਕਾਰਬਨ ਹੈ ਉਹ ਆਪਣੀ ਆਪਸ਼ਨ ਹੈ ਕਿ ਆਪਾਂ ਰਾਈਟ ਸਾਈਡ ਤੇ ਲਗਾਣਾ ਹੈ ਜਾਂ ਫਿਰ ਲੈਫਟ ਸਾਈਡ ਤੇ ਲਗਾਣਾ ਹੈ, ਠੀਕ ਹੈ। ਤਾਂ ਹੁਣ ਫਰਕਟੋਜ਼ ਦੀ ਇੱਕ ਹੋਰ ਸਟਰਕਚਰ ਬਣੇਗੀ, ਉਹ ਤੁਸੀਂ ਖੁਦ ਬਣਾਓਗੇ, ਠੀਕ ਹੈ। ਇੱਕ ਹੋਰ ਸਟਰਕਚਰ ਬਣੇਗੀ ਜਿਸ ਦੇ ਵਿੱਚ ਜਿਹੜਾ 5th ਕਾਰਬਨ ਦਾ OH ਹੈ ਉਹ ਰਾਈਟ ਦੀ ਜਗ੍ਹਾ ਤੇ ਲੈਫਟ ਸਾਈਡ ਤੇ ਕਰ ਦਿਓ ਤੇ ਬਾਕੀ ਸਟਰਕਚਰ ਸੇਮ ਰਹੇਗੀ, ਠੀਕ ਹੈ। ਸੋ ਦਿਸ ਇਜ਼ ਨੋਨ ਐਜ਼ ਡੀ ਫਰਕਟੋਜ਼, दिस इज नोन एज डी फ्रक्टोज, ठीक है। तो हुण ये डी ते एल किवें पता लगदे है ये मैं तुहानूं दस्सांगा, बट पहला आपां इस स्ट्रक्चर नूं थोड़ा जिहा होर डिटेल दे विच डिस्कस करिए, ठीक है। सो आ स्ट्रक्चर्स बनानी है, डी ग्लूकोज, एल ग्लूकोज, डी फ्रक्टोज ते एल फ्रक्टोज, ठीक है। हाँ जी, आ जो ग्लूकोज के स्ट्रक्चर नूं थोड़ा जिहा डिटेल दे विच आपां देखीए। ग्लूकोज के स्ट्रक्चर ਦੇ ਵਿੱਚ 6 ਕਾਰਬਨ ਐਟਮਸ ਹੈ ਆਪਣੇ ਕੋਲੇ, ਠੀਕ ਹੈ। ਇਹਨਾਂ ਦੇ ਵਿੱਚ ਜੋ ਫਰਸਟ ਕਾਰਬਨ ਐਟਮ ਹੈ that is ਐਲਡੀਹਾਈਡ, ठीक है। दोबारा बना लेंगे ਤੁਸੀਂ ਇਹ स्ट्रक्चर। फर्स्ट जो कार्बन है वो एल्डिहाइड है। जो 6th नंबर कार्बन है, ठीक है, दिस इज अ प्राइमरी अल्कोहल, नीचे विजिबल है, विजिबल है, प्राइमरी अल्कोहल, दिस इज प्राइमरी अल्कोहल, ठीक है। इस कार्बन ਨੂੰ देखो ਜਿਹੜੀ ਕਾਰਬਨ ਨਾਲ OH ਲੱਗਿਆ ਹੋਇਆ 6 ਨੰਬਰ, ਇਸ ਨਾਲ ਸਿਰਫ ਇੱਕ ਹੀ ਕਾਰਬਨ ਹੈ that is 5 ਨੰਬਰ ਕਾਰਬਨ। ਤਾਂ ਜਿਹੜੀ ਇਹ 6 ਨੰਬਰ ਕਾਰਬਨ ਹੈ ਦਿਸ ਇਜ਼ ਅ ਪ੍ਰਾਇਮਰੀ ਅਲਕੋਹਲ, ਠੀਕ ਹੈ। ਹਾਂ, ਜਿਹੜੇ ਆ ਰਹਿ ਗਏ ਸੈਂਟਰ ਦੇ ਵਿੱਚ ਆ ਰਹੇ 2 3 4 5 ਇਹ ਸਾਰੇ ਸੈਕੰਡਰੀ ਅਲਕੋਹਲਸ ਹੈ, ਠੀਕ ਹੈ। ਇਹ ਛੋਟੀ ਛੋਟੀ ਚੀਜ਼ਾਂ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ, ਐਲਡੀਹਾਈਡ, ਪ੍ਰਾਇਮਰੀ ਅਲਕੋਹਲ ਤੇ ਇਹ ਸੈਕੰਡਰੀ ਅਲਕੋਹਲ, ਠੀਕ ਹੈ। ਇਧਰ ਆ ਜਾਓ, ਦਿਸ ਇਜ਼ ਅ ਫਰਕਟੋਜ਼, ਫਰਕਟੋਜ਼ ਦੇ ਵਿੱਚ ਦਿਸ ਇਜ਼ ਪ੍ਰਾਇਮਰੀ ਅਲਕੋਹਲ। लास्ट वाली जो 6 नंबर है दिस इज आल्सो प्राइमरी अल्कोहल, ठीक है। एंड दीज 3 4 5 दीज आर सेकेंडरी अल्कोहल। ते जो रह गया अपने कोले सेकंड नंबर कार्बन, दिस इज अ कीटोन ग्रुप, दिस इज अ कीटोन ग्रुप, ठीक है। तो हुण अपने कोले ग्लूकोज ते फ्रक्टोज दी स्ट्रक्चर्स है। ग्लूकोज दी स्ट्रक्चर दे विच आपां प्राइमरी अल्कोहल देख लिया, एल्डिहाइड ग्रुप देख लिया ते सेकेंडरी अल्कोहलिक ग्रुप्स देख लिए, ठीक है। ये सारे आपां ने देख लिए। हुण आपां एक टर्म नवी सीखण जा रहे हैं, छोटे छोटे टर्म्स जिहड़ियां आपां ने सीखणीआं पहलां, ठीक है। इहनूं मैं खत्म करां, बहुत बार स्ट्रक्चर बनानी पेगी तुहानूं, ठीक है। तो स्ट्रक्चर की प्रैक्टिस जरूर करो। हाँ जी, हुण आ जाओ
ਇਸ ਦੇ ਵਿੱਚ ਕੁਝ ਹੋਰ ਚੀਜ਼ਾਂ ਡਿਸਕਸ ਕਰਨ ਨੂੰ ਆਪਾਂ ਡਿਸਕਸ ਕਰਨਾ ਹੈ ਕਾਇਰਲ ਕਾਰਬਨ। ਸੋ ਕਾਇਰਲ ਕਾਰਬਨ ਕਿਹੜੀ ਹੁੰਦੀ ਹੈ, ਜਿਹੜੀ ਵੀ ਕਿਸੇ ਕਾਰਬਨ ਨਾਲ 4 ਡਿਫਰੈਂਟ ਗਰੁੱਪਸ ਅਟੈਚ ਹੋਣ, that carbon is called the chiral carbon। ਠੀਕ ਹੈ, the carbon which carries 4 different groups is called chiral carbon। ਤਾਂ ਇਹਨਾਂ ਦੇ ਵਿੱਚੋਂ ਆਪਾਂ ਚੈੱਕ ਕਰਨਾ ਕਿਹੜੀ ਕਿਹੜੀ ਕਾਰਬਨ ਕਾਇਰਲ ਕਾਰਬਨ ਹੈ। ਠੀਕ ਹੈ, ਫਰਸਟ ਕਾਰਬਨ ਕਾਇਰਲ ਨਹੀਂ ਹੋ ਸਕਦੀ ਕਿਉਂਕਿ ਇਸ ਨਾਲ ਡਬਲ ਬੌਂਡ ਆ ਗਿਆ, ਡਬਲ ਬੌਂਡ ਉਹ ਆ ਗਿਆ ਹੈ ਨਾ, ਤਾਂ ਡਬਲ ਬੌਂਡ ਵਾਲੀ ਕਾਰਬਨ ਆ ਗਈ, ਇਟ ਮੀਨਸ ਕਿ ਇਸ ਨਾਲ 4 ਐਟਮਸ ਨਹੀਂ ਲੱਗੇ ਹੋਣਗੇ, ਤਾਂ ਇਹ ਜੋ ਹੈ ਕਾਇਰਲ ਨਹੀਂ ਹੋ ਸਕਦੀ। ਠੀਕ ਹੈ, ਸੈਕੰਡ ਕਾਰਬਨ ਨੂੰ ਕਾਊਂਟ ਕਰਦੇ ਹਾਂ। ਸੈਕੰਡ ਕਾਰਬਨ ਨਾਲ ਦੇਖੋ ਇੱਕ H ਹੈ, ਇੱਕ OH ਹੈ ਤੇ ਇੱਕ ਉੱਪਰ ਲੱਗਿਆ ਹੋਇਆ ਐਲਡੀਹਾਈਡ। ਠੀਕ ਹੈ, ਨੀਚੇ ਆ ਸਾਰਾ ਐਡਾ ਸਾਰਾ ਗਰੁੱਪ 1 2 3 4 ਕਾਰਬਨ ਐਟਮਸ ਵਾਲਾ ਇਹਨਾਂ ਲੋਨ ਗਰੁੱਪ ਲੱਗਿਆ ਹੋਇਆ ਹੈ। ਇਸ ਦਾ ਮਤਲਬ ਇਸ ਕਾਰਬਨ ਨਾਲ ਚਾਰੇ ਗਰੁੱਪ ਡਿਫਰੈਂਟ ਲੱਗੇ ਹੋਏ ਆ। ਸੋ ਦਿਸ ਇਜ਼ ਅ ਕਾਇਰਲ ਕਾਰਬਨ। ਕਾਇਰਲ ਕਾਰਬਨ ਦੇ ਉੱਤੇ ਸਟਾਰ ਲਗਾ ਦਿੰਦੇ ਨੇ ਆਪਾਂ। ਠੀਕ ਹੈ, ਹਾਂਜੀ ਦਿਸ ਵਨ ਥਰਡ ਨੰਬਰ ਨਾਲ ਦੇਖੋ ਇੱਕ OH ਹੈ, ਇੱਕ H ਹੈ। ਠੀਕ ਹੈ, ਉੱਪਰ ਲੱਗਿਆ ਹੋਇਆ 2 ਕਾਰਬਨ ਐਟਮਸ ਵਾਲਾ ਮੋਲੀਕਿਊਲ 1 2, ਨੀਚੇ ਲੱਗਿਆ ਹੋਇਆ 1 2 3 ਕਾਰਬਨ ਐਟਮਸ ਵਾਲਾ ਮੋਲੀਕਿਊਲ। ਠੀਕ ਹੈ, ਇਸ ਦੇ ਨਾਲ ਗਰੁੱਪਸ ਵੀ OH ਹੈ, ਇਹਦੇ ਚ ਐਲਡੀਹਾਈਡ ਹੈ, ਮਤਲਬ ਇਸ ਕਾਰਬਨ ਨਾਲ ਜਿਹੜਾ ਉੱਪਰ ਨੀਚੇ ਗਰੁੱਪ ਲੱਗਿਆ ਹੋਇਆ ਡਿਫਰੈਂਟ ਗਰੁੱਪ ਹੈ, ਤੇ ਇਹਦਾ ਮਤਲਬ ਇਹ ਵੀ ਇੱਕ ਕਾਇਰਲ ਕਾਰਬਨ ਹੈ। ਠੀਕ ਹੈ, ਕਈ ਜਣੇ ਗਲਤੀ ਕੀ ਕਰਦੇ ਆ, ਜਿਵੇਂ ਇਸ ਕਾਰਬਨ ਨੂੰ ਚੈੱਕ ਕਰ ਰਹੇ ਆ, ਠੀਕ ਹੈ, ਤਾਂ ਕੀ ਕਹਿੰਦੇ ਵੀ ਇੱਕ OH ਹੈ ਇੱਕ H ਹੈ, ਇੱਥੋਂ ਤੱਕ ਠੀਕ ਹੈ, ਕਹਿਣਗੇ ਇੱਕ ਉੱਪਰ ਕਾਰਬਨ ਹੈ ਜੀ ਇੱਕ ਨੀਚੇ ਕਾਰਬਨ ਹੈ, ਇਹਦਾ ਮਤਲਬ ਦੋ ਐਟਮ ਸੇਮ ਹੋ ਗਏ, है ना, नहीं ये दोनों एटम सेम नहीं है। ऊपर वाली कार्बन ते नीचे वाली कार्बन ये एंड तक जाके देखना है। ऊपर वाली कार्बन जो है उस दे नाल एल्डिहाइड ग्रुप लग गया है, ठीक है, ते नीचे सिर्फ अल्कोहल्स है। जेडे ऊपर है ਉਹਦੇ ਨਾਲ 2 कार्बन एटम्स है, नीचे 3 कार्बन एटम्स है। इट मींस कि ਜਿਹੜੀ ऊपर वाली ਤੇ नीचे वाली कार्बन है दोनों डिफरेंट कार्बन्स है, ये सेम नहीं है। ठीक है, तो ये नहीं देखना कि भाई ऊपर भी कार्बन से नीचे भी कार्बन है तो सेम ग्रुप हो गया, दीज आर डिफरेंट ग्रुप। ठीक है, अच्छा इसे देख के दिस वन 4 नंबर कार्बन एक H है एक OH है, ऊपर आह 3 कार्बन एटम्स वाला मॉलिक्यूल, नीचे आह 2 कार्बन एटम्स वाला मॉलिक्यूल। इट मींस दिस इज आल्सो कायरल, चारे ग्रुप डिफरेंट है, यह भी कायरल बनेगी। ठीक है, अच्छा आ वाली जो कार्बन है 6 नंबर, ये कायरल नहीं होएगी, क्यों, क्योंकि इसमें 2 ग्रुप सेम आ गए, दोनों हाइड्रोजन आ गए, तो एक 6 नंबर कार्बन कायरल नहीं है, एक फर्स्ट नंबर कार्बन जो कायरल नहीं है, बाकी सारियां कायरल सी। ठीक है, ये अपने को कायरल कार्बन एटम्स हो गया। सो एक तो ये चीज अपने नोट करनी है कि कायरल कार्बन एटम्स किहड़ियां होंदियां। ठीक है, हुण इस तो बाद आ जाओ D ते L टर्म्स। D ते L जो टर्म्स ने, D का मतलब हुंदा राइट साइड, L का मतलब हुंदा लेफ्ट साइड। ठीक है, ये सिंबल्स दिते गए राइट ते लेफ्ट साइड नु। तो जिहड़ी तुहाडी लास्ट कायरल कार्बन है किसी भी कार्बोहाइड्रेट दी होवे, जो भी लास्ट कायरल कार्बन है अगर उसका फंक्शनल ग्रुप, इंक थोड़ी फैल रही है, अगर उसका फंक्शनल ग्रुप जो है और राइट साइड ते है तो फिर उसनु आपां D कहांगे, अगर उसका फंक्शनल ग्रुप लेफ्ट साइड ते है तो फिर उसनु आपां कहांगे L। ठीक है, तो आपां डिफरेंट सिंबल्स देने हैं। D का मतलब फंक्शनल ग्रुप राइट साइड ते, L का मतलब फंक्शनल ग्रुप लेफ्ट साइड ते है। केड़ी कार्बन दा, लास्ट कायरल कार्बन दा। तो इत्थे देखो इस मॉलिक्यूल दे विच अपने कोले कितनी कायरल कार्बन एटम्स है, 1 2 3 4, टोटल 4 कायरल कार्बन एटम्स है। ठीक है, इनका जो लास्ट कायरल केड़ी है, दिस इज द लास्ट कायरल। ठीक है, वैसे तो लास्ट कार्बन ही है बट ये कायरल नहीं है, आपा चेक करनी है लास्ट कायरल। सो दिस इज द लास्ट कायरल कार्बन 5 नंबर वाली, 1 2 3 4 5 6, टोटल 6 कार्बन सी, बट जो लास्ट कायरल है दैट इज द कार्बन नंबर 5। ठीक है, तो 5 नंबर वाली जो कार्बन है दैट इज द लास्ट कायरल कार्बन। तो इसका OH ग्रुप आपने देखना है, अगर OH ग्रुप राइट साइड पे है तो इसके नेम के मूरे तुसीं लिखोगे D, सो दिस इज D ग्लूकोज। ठीक है, अगर यही स्ट्रक्चर जो इत्थे बनाई सीगी, OH ग्रुप लेफ्ट साइड पे लगाया सी, ठीक है, इत्थे OH ग्रुप आया सी, तो फिर वो की लिखा सी आपां ने L ग्लूकोज। सेम कम फ्रक्टोज, फ्रक्टोज च भी यही कार्बन लास्ट कायरल कार्बन होएगी, OH राइट साइड ते लगाया है तो तुसी D लिखना है, OH लेफ्ट साइड ते लगाया तो तुसी L लिखना है। ठीक है, नहीं कैसे इत्थे अपनी ऑप्शन है, अगर तुसी राइट साइड ते लिखना चाहते हो तो राइट साइड ते लिख लो, लेफ्ट साइड ते लिखना चाहते हो तो लेफ्ट साइड ते लिख लो। ठीक है, सो D ते L अपने कोले 2 टाइप के डिफरेंट ग्लूकोज बन जाएंगे। हुण आपां थोड़ा जिहा अगे काम करिए, ग्लूकोज के स्ट्रक्चर बारे आपां इन्नी चीज डिस्कस कर ली है, बाकी चीज़ां आपां स्ट्रक्चर दीयां बाद डिस्कस करांगे। पहला आपां इसकी प्रैपरेशन दे उत्ते थोड़ा जिहा काम करिए। सो प्रैपरेशन किवें होएगी, ग्लूकोज नूं प्रिपेयर करने का तरीका बड़ा आसान है। कार्बन डाइऑक्साइड ते वाटर, फोटोसिंथेसिस रिएक्शन तुसीं पढ़दे आए हो, सनलाइट की प्रेजेंस च, क्लोरोफिल की प्रेजेंस च, ग्लूकोज प्लस
ऑक्सीजन प्लस लार्ज अमाउंट ऑफ एनर्जी रिलीज होती है। सो दिस इज अ सिंपल मेथड टू प्रिपेयर ग्लूकोज, ठीक है। सेकंड सुक्रोज है C12H22O11, दिस इज सुक्रोज, ठीक है। सुक्रोज जो है वो शुगर है नॉर्मल जो अपने घरां दे विच हुंदी है, ठीक है। दिस इज आल्सो नोन एज केन शुगर, ठीक है। तो केन शुगर जो है उस दे विच अगर तुसीं वाटर ऐड करोगे, ठीक है, तो ये किस कन्वर्ट हो जाएगा C6H12O6 प्लस C6H12O6, ठीक है। हाफ हाफ हो गया मॉलिक्यूल। 12 कार्बन सी 6 22 हाइड्रोजन है, 22 प्लस 2 24 हाइड्रोजन है, ठीक है। 24 हाइड्रोजन है, 12 ऑक्सीजन है 12 11 प्लस 1 12, तो ऑक्सीजन भी 6 6 ਦੇ ਵਿੱਚ ਡਿਵਾਈਡ ਹੋ ਗਏ ਤਾਂ ਆਪਣੇ ਕੋਲੇ 2 ਮੋਲੀਕੂਲਸ ਬਣ ਗਏ। ਇਹਨਾਂ ਦੇ ਵਿੱਚੋਂ ਇੱਕ ਹੁੰਦਾ ਗਲੂਕੋਜ਼ ਤੇ ਦੂਸਰਾ ਹੁੰਦਾ ਫਰਕਟੋਜ਼। ਇੱਕ ਹੈ ਗਲੂਕੋਜ਼, ਦੂਸਰਾ ਹੈ ਫਰਕਟੋਜ਼, ਠੀਕ ਹੈ। ਤਾਂ ਗਲੂਕੋਜ਼ ਤੇ ਫਰਕਟੋਜ਼ ਦੋ ਜਿਹੜੇ ਹੈਗੇ ਆਪਣੇ ਕੋਲੇ ਡਿਫਰੈਂਟ ਕੰਪਾਊਂਡਸ ਬਣ ਜਾਣਗੇ। ਹਾਂਜੀ, ਹੁਣ ਇਹ ਜੋ ਦੋ ਮੈਥਡ ਹੈ ਪ੍ਰੈਪਰੇਸ਼ਨ ਦੇ, ਇੱਕ ਹੋਰ ਕਰ ਲਓ। तीसरा मेथड C6H10O5 n नंबर ऑफ टाइम्स, दिस इज स्टार्च, ठीक है। स्टार्च एक पॉलीसैकेराइड है, इस दे विच अगर आप n नंबर ऑफ वाटर मॉलिक्यूल्स पावांगे तो अपने कोल की बनेगा n नंबर ऑफ C6H12O6, तो अपने को n नंबर ऑफ ग्लूकोज के मॉलिक्यूल बन जाएंगे, ठीक है। सारे ग्लूकोज बनणगे। सो दिस इज द सिंपल प्रिपरेशन मेथड्स फॉर ग्लूकोज, ठीक है। हुण आपां ग्लूकोज दी कुछ रिएक्शंस करते हैं। हाँ जी, फर्स्ट रिएक्शन है ग्लूकोज दी, इत्थे ना एक टेबल बनाया सी मैंने, वो शायद दूसरी कॉपी दे विच रह गया, वेट। हाँ जी भाई, हाँ जो ये कुछ रिएक्शंस मैंने लिखियां है ग्लूकोज दियां, ठीक है। ये ग्लूकोज दियां स्ट्रक्चरल प्रॉपर्टीज है, इन्हां रिएक्शंस नाल ग्लूकोज दी स्ट्रक्चर बारे इंफॉर्मेशन मिलती है। तो मैं कंबाइनली एक टेबल जो है वो बनाया है इन्हां रिएक्शंस दा तुहाडे लई, ठीक है। तो तुसीं इन्हां रिएक्शंस नूं इसे तरीके नाल ही स्टडी कर लो, लर्न कर लो। सब तो पहले देखो ग्लूकोज दा मॉलिक्यूल है, इसदी आपां सोडियम मलगम नाल रिएक्शन करा रहे हैं, ठीक है। सोडियम मलगम ले लो या सोडियम बोरोन हाइड्राइड ले लो, इन्हां दोनों चों कोई भी ऐड कर लो, दोनों ही रिड्यूसिंग एजेंट है। इसका मतलब सब तो पहला आप सोडियम ग्लूकोज की रिडक्शन कर रहे हैं, ठीक है। ग्लूकोज की कर रहे हैं आप रिडक्शन। तो रिडक्शन जो आप करांगे तो जो एल्डिहाइड ग्रुप है, रिडक्शन का मतलब याद है ना, हम सारी ऑर्गेनिक खत्म कर ली आप। रिडक्शन का मतलब क्या होता है, एडिशन ऑफ हाइड्रोजन। तो जो एल्डिहाइड ग्रुप है इसका एक डबल बॉन्ड ब्रेक हो जाएगा, ठीक है। डबल बॉन्ड जो ब्रेक हो गया तो कार्बन ते ऑक्सीजन इन्हां दोनों का 1-1 बॉन्ड ब्रेक हो चुका है। तो एक हाइड्रोजन कार्बन नाल लग जाएगी, एक हाइड्रोजन ऑक्सीजन नाल लग जाएगी, ठीक है। तो देखो इत्थे की हो रहा है, कार्बन डबल बॉन्ड ऑक्सीजन सी, सिंगल बॉन्ड रह गया, एक हाइड्रोजन लग गई कार्बन नाल, एक हाइड्रोजन लग गई ऑक्सीजन नाल। ते जिहड़ा एल्डिहाइड ग्रुप सी वो एल्कोहल दे विच कन्वर्ट हो गया, है ना। दिस वाज एल्डिहाइड ते इत्थे जिहड़ा अपने कोले प्रोडक्ट बनया वो किहड़ा बनया, एल्कोहल। सो इस एल्कोहल का जो नेम है दैट इज सोर्बिटोल, इसका नेम क्या है, सोर्बिटोल, ठीक है। ऊपर CH2OH बन गया, मतलब फर्स्ट कार्बन जो है वो भी प्राइमरी अल्कोहल बन गई, जो लास्ट कार्बन सी वो भी प्राइमरी अल्कोहल सी, तो बीच वाले भी सारे अल्कोहल है। तो इसका मतलब सारे अल्कोहल है, तो सारे अल्कोहल वाले मॉलिक्यूल का नाम है सोर्बिटोल, ठीक है। याद रह जाएगा, सारे अल्कोहल सोर्बिटोल, ठीक है। हाँ जी, नेक्स्ट है एक होर रिडक्शन, ये भी एक रिडक्शन है। दिस इज विद रेड फॉस्फोरस एंड HI, एक स्ट्रॉन्ग रिड्यूसिंग एजेंट है, ठीक है। तो ये बहुत स्ट्रॉन्ग रिड्यूसिंग एजेंट है, ये तो वीक सीगा, मतलब माइल्ड सीगा, बड़ा वीक तो नहीं, माइल्ड सीगा, बट ये स्ट्रॉन्ग रिड्यूसिंग एजेंट है, पूरी तरह रिड्यूस कर दिंदा है। पूरी तरह रिडक्शन करने का मतलब कि सारे ऑक्सीजन नूं वाटर बना के बाहर कढ दिंदा, सारे ऑक्सीजन नूं वाटर बना के बाहर कढता। तो जिहड़े आ अल्कोहल बने सी सारे, ये सारे बाहर निकल गए, ठीक है। तो देखो ग्लूकोज है, ग्लूकोज की अगर पार्शियल रिडक्शन करोगे तो अपने को सोर्बिटोल बनेगा, बट अगर कंप्लीट रिडक्शन करोगे तो जिहड़े अल्कोहल बने सी वो भी वाटर बन के बाहर निकल जाएंगे, तो अपने को सिर्फ कार्बन एटम्स की चेन बचेगी जिस नाल हाइड्रोजन जुड़े होंगे, ठीक है। तो 6 हाइड्रोजन एटम्स जो है वो अपने इस मॉलिक्यूल दे विच अटैच है, तो इस मॉलिक्यूल का नेम की है, हेक्सेन, ठीक है। सो दिस इज पार्शियल रिडक्शन एंड दिस इज कंप्लीट रिडक्शन, कंप्लीट रिडक्शन, ठीक है। ओके, नेक्स्ट आ जो ऑक्सीडेशन, हुण एक ऑक्सीडेशन भी है, एक आप ब्रोमीन वाटर नाल करांगे, एक आप नाइट्रिक एसिड नाल करांगे, दोनों ऑक्सीडेशन है। ब्रोमीन वाटर जो है वो माइल्ड ऑक्सीडाइजिंग एजेंट है, ते नाइट्रिक एसिड जो है वो स्ट्रॉन्ग ऑक्सीडाइजिंग एजेंट है,
ਤਾਂ ਹੁਣ ਕੀ ਹੋਇਆ, ਜਿਹੜਾ ਮਾਈਲਡ ਆਕਸੀਡਾਈਜ਼ਿੰਗ ਏਜੰਟ ਹੈ ਉਹ ਐਲਡੀਹਾਈਡ ਨੂੰ ਕਾਰਬੋਕਸਿਲਿਕ ਐਸਿਡ ਚ ਕਰੂਗਾ। ਪਤਾ ਨਾ ਐਲਡੀਹਾਈਡ ਹੈ, ਐਲਡੀਹਾਈਡ ਦੀ ਰਿਡਕਸ਼ਨ ਕਰੋਗੇ ਤਾਂ ਅਲਕੋਹਲ, ਆਕਸੀਡੇਸ਼ਨ ਕਰੋਗੇ ਤਾਂ ਕਾਰਬੋਕਸਿਲਿਕ ਐਸਿਡ। ਸੋ ਜਦੋਂ ਆਪਾਂ ਇਸ ਐਲਡੀਹਾਈਡ ਦੀ ਆਕਸੀਡੇਸ਼ਨ ਕਰਾਂਗੇ ਤਾਂ ਕਾਰਬੋਕਸਿਲਿਕ ਐਸਿਡ ਚੇਂਜ ਹੋ ਗਿਆ। ਨੀਚੇ ਵਾਲਾ ਸਾਰਾ ਗਰੁੱਪ ਉਵੇਂ ਪਿਆ, ਮੈਨੂੰ ਇਕੱਠਾ ਕਰਕੇ ਲਿਖਿਆ ਹੋਇਆ CHOH 4 ਟਾਈਮਸ ਤੇ ਲਾਸਟ ਤੇ CH2OH ਹੈ ਨਾ, ਤੇ ਉੱਪਰ COOH ਜੋ ਐਲਡੀਹਾਈਡ ਸੀ ਉਹ ਕਾਰਬੋਕਸਿਲਿਕ ਐਸਿਡ ਚ ਕਨਵਰਟ ਹੋ ਗਿਆ। ਇਸ ਦਾ ਨੇਮ ਹੈ ਗਲੂਕੋਨਿਕ ਐਸਿਡ। ਇਸ ਦਾ ਨੇਮ ਕੀ ਹੈ, ਗਲੂਕੋਨਿਕ ਐਸਿਡ। ਦਿਸ ਇਜ਼ ਮੋਨੋਬੇਸਿਕ ਐਸਿਡ। ਮੋਨੋਬੇਸਿਕ ਐਸਿਡ ਦਾ ਮਤਲਬ ਕੀ ਹੁੰਦਾ ਹੈ, ਇਸ ਤੋਂ ਸਿਰਫ ਇੱਕ H ਪੋਜ਼ਿਟਿਵ ਕੱਢ ਸਕਦੇ ਹੋ, ਮਤਲਬ ਇਸ ਦੇ ਵਿੱਚ ਸਿਰਫ ਇੱਕ ਹੀ ਕਾਰਬੋਕਸਿਲਿਕ ਐਸਿਡ ਗਰੁੱਪ ਪ੍ਰੈਜ਼ੈਂਟ ਹੈ। ਅੱਛਾ, ਅਗਰ ਤੁਸੀਂ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਲਾਈਕ ਨਾਈਟ੍ਰਿਕ ਐਸਿਡ ਲੈ ਲਓ ਤਾਂ ਨਾਈਟ੍ਰਿਕ ਐਸਿਡ ਕੀ ਕਰਦਾ ਹੈ, ਐਲਡੀਹਾਈਡ ਨੂੰ ਤਾਂ ਕਾਰਬੋਕਸਿਲਿਕ ਐਸਿਡ ਚ ਕਰਨਾ ਹੀ ਕਰਨਾ ਹੈ, ਬਟ ਇਹਨੇ ਪ੍ਰਾਇਮਰੀ ਅਲਕੋਹਲ ਨੂੰ ਵੀ ਕਾਰਬੋਕਸਿਲਿਕ ਐਸਿਡ ਚੇਂਜ ਕਰਤਾ। ਜਿਹੜਾ ਲਾਸਟ ਤੇ ਪ੍ਰਾਇਮਰੀ ਅਲਕੋਹਲ ਸੀ 6 ਨੰਬਰ ਕਾਰਬਨ, ਉਸ ਨੂੰ ਵੀ ਕਾਰਬੋਕਸਿਲਿਕ ਐਸਿਡ ਚੇਂਜ ਕਰਤਾ। ਤਾਂ ਉੱਪਰ ਵੀ ਐਸਿਡ, ਨੀਚੇ ਵੀ ਐਸਿਡ, ਵਿਚਾਲੇ ਸਾਰੇ ਅਲਕੋਹਲ। ਇਸ ਦਾ ਨੇਮ ਹੈ ਸੈਕਰਿਕ ਐਸਿਡ। ਦੂਸਰਾ ਨੇਮ ਹੈ ਗਲੂਕੈਰਿਕ ਐਸਿਡ। ਠੀਕ ਹੈ, ਇਹਦਾ ਗਲੂਕੋਨਿਕ ਸੀ, ਇਹ ਗਲੂਕੈਰਿਕ ਹੈ। ਇਹ ਡਾਈਬੇਸਿਕ ਐਸਿਡ ਹੈ। ਡਾਈਬੇਸਿਕ ਐਸਿਡ ਦਾ ਮਤਲਬ ਇਸ ਚ ਦੋ ਹਾਈਡਰੋਜਨ ਜੋ ਹੈ ਤੁਸੀਂ ਰਿਮੂਵ ਕਰ ਸਕਦੇ ਹੋ। ਠੀਕ ਹੈ, 1 and 2 ਬਿਕੋਜ਼ ਇਟ ਹੈਜ਼ 2 ਕਾਰਬੋਕਸਿਲਿਕ ਐਸਿਡ ਗਰੁੱਪਸ। ਸੋ ਦੋ ਰਿਐਕਸ਼ਨਸ ਰਿਡਕਸ਼ਨ ਦੀਆਂ, ਦੋ ਰਿਐਕਸ਼ਨ ਆਕਸੀਡੇਸ਼ਨ ਦੀਆਂ। ਹੁਣ ਇੱਕ ਰਿਐਕਸ਼ਨ ਹੈ HCN ਨਾਲ। HCN ਨਾਲ ਆਪਾਂ ਨੂੰ ਪਤਾ ਹੈ ਇਹ ਨਿਊਕਲੀਓਫਿਲਿਕ ਐਡੀਸ਼ਨ ਰਿਐਕਸ਼ਨ ਹੈ, ਸਾਰੇ ਐਲਡੀਹਾਈਡ ਚ ਰਿਐਕਸ਼ਨ ਕੀਤੀ ਹੈ। ਕੀ ਹੁੰਦਾ ਇਸ ਰਿਐਕਸ਼ਨ ਦੇ ਵਿੱਚ, ਜਿਹੜਾ ਵੀ ਐਲਡੀਹਾਈਡ ਗਰੁੱਪ ਹੈ ਉਸ ਦੇ ਉੱਤੇ ਆ ਕੇ ਸਾਇਨਾਈਡ Cn ਨੈਗੇਟਿਵ ਨੇ ਅਟੈਕ ਕਰਨਾ ਹੈ। ਜਿਹੜਾ ਡਬਲ ਬੌਂਡ ਸੀ ਆਕਸੀਜਨ ਕੋਲ ਚਲਾ ਜਾਂਦਾ ਹੈ, ਉਹ ਤੇ ਆ ਗਿਆ ਨੈਗੇਟਿਵ, ਨੈਗੇਟਿਵ ਨਾਲ ਲੱਗ ਜੂਗਾ H। ਤਾਂ ਕਾਰਬਨ ਨਾਲ ਇੱਕ ਤਾਂ ਲੱਗ ਗਿਆ Cn ਤੇ ਜਿਹੜਾ ਡਬਲ ਬੌਂਡ ਸੀ ਉਹ ਚੇਂਜ ਹੋ ਗਿਆ OH ਚ। ਠੀਕ ਹੈ, ਤੇ ਤੁਹਾਨੂੰ ਮੈਂ ਦੱਸਿਆ ਹੋਇਆ ਕਿਸੇ ਵੀ ਮੋਲੀਕੂਲ ਚ ਅਗਰ ਕਾਰਬਨ ਨਾਲ ਸਾਇਨਾਈਡ ਤੇ OH ਗਰੁੱਪ ਲੱਗਿਆ ਹੋਇਆ ਹੈ ਦੈਨ ਇਟ ਇਜ਼ ਅ ਸਾਈਨੋਹਾਈਡਰੇਟ। ਠੀਕ ਹੈ, ਤਾਂ ਇਸ ਦਾ ਨੇਮ ਵੀ ਕੀ ਹੋਏਗਾ, ਸਾਈਨੋਹਾਈਡਰੇਟ। ਨੈਕਸਟ ਆ ਗਿਆ ਰਿਐਕਸ਼ਨ ਵਿਦ NH2OH ਹਾਈਡਰੋਕਸਾਈਲਅਮੀਨ। ਹਾਈਡਰੋਕਸਾਈਲਅਮੀਨ ਨਾਲ ਰਿਐਕਸ਼ਨਸ ਆਪਾਂ ਕੀਤੀਆਂ ਹੋਈਆਂ, ਇਧਰੋਂ H2 ਤੇ ਇਧਰੋਂ O, H2 ਤੇ O, H2 ਤੇ O ਕੀ ਬਣ ਜਾਏਗਾ, ਵਾਟਰ। ਠੀਕ ਹੈ, ਅਮੋਨੀਆ ਲਈ 8-10 ਰਿਐਕਸ਼ਨਸ ਕਰਾਈਆਂ ਤੁਹਾਨੂੰ ਐਲਡੀਹਾਈਡ ਚ, H2 ਤੇ O ਵਾਟਰ ਬਾਹਰ ਨਿਕਲ ਜਾਏਗਾ। ਇੱਥੇ ਕੀ ਬਚੇਗਾ, C ਡਬਲ ਬੌਂਡ N OH, C ਡਬਲ ਬੌਂਡ N OH। ਠੀਕ ਹੈ, ਤਾਂ ਇਹ ਆਪਣੇ ਕੋਲੇ ਆਕਸਾਈਨ ਬਣ ਗਿਆ। ਹਾਂਜੀ, ਨੈਕਸਟ ਹੈ ਜ਼ਾਈਮੇਜ਼। ਇਹ ਰਿਐਕਸ਼ਨ ਦਾ ਨੇਮ ਹੈ ਫਰਮੈਂਟੇਸ਼ਨ। ਦਿਸ ਇਜ਼ ਫਰਮੈਂਟੇਸ਼ਨ। ਫਰਮੈਂਟੇਸ਼ਨ ਕਰਨੀ ਹੈ ਐਂਜ਼ਾਈਮ ਦੀ ਪ੍ਰੈਜ਼ੈਂਸ, ਦੈਟ ਇਜ਼ ਜ਼ਾਈਮੇਜ਼। ਫਰਮੈਂਟੇਸ਼ਨ ਚ ਕੀ ਹੁੰਦਾ ਹੈ, ਜਿਹੜਾ ਗਲੂਕੋਜ਼ ਹੈ ਉਸ ਨੂੰ ਆਪਾਂ ਐਲਕੋਹਲ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ। ਠੀਕ ਹੈ, ਜੋ ਗਲੂਕੋਜ਼ ਹੈ ਉਹ ਅਲਕੋਹਲ ਚ ਕਨਵਰਟ ਹੋ ਜਾਂਦਾ ਹੈ, C2H5OH ਪਲੱਸ ਕਾਰਬਨ ਡਾਈਆਕਸਾਈਡ ਗੈਸ ਨਿਕਲ ਜਾਂਦੀ ਹੈ। ਸੋ ਇਹ ਕੁਝ ਰਿਐਕਸ਼ਨਸ ਹੈ ਆਪਣੇ ਕੋਲੇ ਗਲੂਕੋਜ਼ ਦੇ ਮੋਲੀਕਿਊਲ ਦੀਆਂ। ਠੀਕ ਹੈ, ਇਸ ਤੋਂ ਬਹੁਤ ਸਾਰੀ ਚੀਜ਼ਾਂ ਗਲੂਕੋਜ਼ ਦੀ ਸਟਰਕਚਰ ਬਾਰੇ ਪਤਾ ਲੱਗਦੀਆਂ। ਫੋਰ ਐਗਜ਼ਾਮਪਲ ਜਿਵੇਂ HCl ਦੀ ਐਡੀਸ਼ਨ ਕੀਤੀ ਹੈ ਆਪਾਂ, HCl ਦੀ ਐਡੀਸ਼ਨ ਆਪਾਂ ਨੂੰ ਪਤਾ ਕਨਫਰਮ ਕਰਦੀ ਹੈ ਵੀ ਇਸ ਦੇ ਵਿੱਚ ਇੱਕ ਐਲਡੀਹਾਈਡ ਗਰੁੱਪ ਜੋ ਹੈ ਉਹ ਪ੍ਰੈਜ਼ੈਂਟ ਹੈ, ਕਿਉਂਕਿ ਅਗਰ ਐਲਡੀਹਾਈਡ ਨਾ ਹੁੰਦਾ ਤਾਂ ਫਿਰ ਐਡੀਸ਼ਨ ਹੀ ਨਹੀਂ ਹੋਣੀ ਸੀ, ਹੈ ਨਾ। ਆਕਸਾਈਨ ਦੀ ਪ੍ਰੈਜ਼ੈਂਸ ਵੀ ਸ਼ੋ ਕਰਦੀ ਹੈ ਕਿ ਐਲਡੀਹਾਈਡ ਗਰੁੱਪ ਹੈ। ਠੀਕ ਹੈ, ਅੱਛਾ, ਨਾਈਟ੍ਰਿਕ ਐਸਿਡ ਬ੍ਰੋਮੀਨ ਵਾਟਰ ਨਾਲ ਆਕਸੀਡੇਸ਼ਨ ਕੀਤੀ। ਬ੍ਰੋਮੀਨ ਵਾਟਰ ਨਾਲ ਆਕਸੀਡੇਸ਼ਨ ਕਰਕੇ ਕੀ ਹੋਇਆ ਕਿ ਜਿਹੜਾ ਐਲਡੀਹਾਈਡ ਗਰੁੱਪ ਆ ਉਹ ਕਾਰਬੋਕਸਿਲਿਕ ਐਸਿਡ ਚ ਕਨਵਰਟ ਹੋ ਗਿਆ। ਇੱਥੋਂ ਪੱਕਾ ਪਤਾ ਲੱਗ ਗਿਆ ਕਿ ਹਾਂ ਵਾਕਈ ਇਸ ਚ ਐਲਡੀਹਾਈਡ ਗਰੁੱਪ ਪ੍ਰੈਜ਼ੈਂਟ ਹੈ, ਕਿਉਂਕਿ ਬ੍ਰੋਮੀਨ ਵਾਟਰ ਜੋ ਹੈ ਉਹ ਮਾਈਲਡ ਆਕਸੀਡਾਈਜ਼ਿੰਗ ਹੈ, ਇਹ ਕੀਟੋਨ ਨੂੰ ਆਕਸੀਡਾਈਜ਼ ਨਹੀਂ ਕਰੇਗਾ, ਹੈ ਨਾ। ਇਹ ਸਿਰਫ ਐਲਡੀਹਾਈਡ ਨੂੰ ਹੀ ਆਕਸੀਡਾਈਜ਼ ਕਰੇਗਾ ਤੇ ਐਲਡੀਹਾਈਡ ਗਰੁੱਪ ਜਿਹੜਾ ਹੈਗਾ ਉਹ ਕਾਰਬੋਕਸਿਲਿਕ ਐਸਿਡ ਚ ਕਨਵਰਟ ਹੋ ਗਿਆ। ਅੱਛਾ, ਰਿਡਕਸ਼ਨ ਕੀਤੀ ਤਾਂ ਰਿਡਕਸ਼ਨ ਕਰਕੇ ਆਪਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਗਲੂਕੋਜ਼ ਹੈ ਇਸ ਦੇ ਵਿੱਚ 6 ਕਾਰਬਨ ਐਟਮਸ ਇੱਕ ਚੇਨ ਦੇ ਵਿੱਚ ਪ੍ਰੈਜ਼ੈਂਟ ਹੈ, ਕਿਉਂਕਿ ਰਿਡਕਸ਼ਨ ਕਰਨ ਤੋਂ ਬਾਅਦ ਹੋਰ ਤਾਂ ਕੁਝ ਨਹੀਂ ਹੋਇਆ, OH ਹੀ ਨਿਕਲਿਆ, ਕਾਰਬਨ ਨੂੰ ਤਾਂ ਆਪਾਂ ਨੇ ਛੇੜਿਆ ਹੀ ਨਹੀਂ। ਠੀਕ ਹੈ, ਤਾਂ ਗਲੂਕੋਜ਼ ਦਾ ਜਿਹੜਾ ਮੋਲੀਕਿਊਲ ਹੈ ਉਸ ਤੋਂ ਹੈਕਸੇਨ ਬਣਿਆ। ਹੈਕਸੇਨ ਬਣਨ ਦਾ ਮਤਲਬ ਕਿ ਗਲੂਕੋਜ਼ ਜਿੰਨੇ ਵੀ ਕਾਰਬਨ ਐਟਮਸ ਹੈ ਦੇ ਆਰ ਪ੍ਰੈਜ਼ੈਂਟ ਇਨ ਅ ਲਾਈਨ। ਠੀਕ ਹੈ, ਕਿਉਂਕਿ ਕਾਰਬਨ ਐਟਮ ਦਾ ਕਿਤੋਂ ਵੀ ਬ੍ਰੇਕ ਹੋ ਕੇ ਨਹੀਂ ਨਿਕਲਿਆ ਕਿਤੇ ਵੀ, ਤਾਂ ਕਾਰਬਨ ਐਟਮ ਐਜ਼ ਇਟ ਇਜ਼ ਪਈ ਸੀ ਜਿਵੇਂ ਗਲੂਕੋਜ਼ ਚ ਓਮੀ ਹੈਕਸੇਨ ਚ ਆ ਗਏ। ਠੀਕ ਹੈ, ਤਾਂ ਇਸ ਤਰੀਕੇ ਦੀਆਂ ਕੁਝ ਰਿਐਕਸ਼ਨਸ ਹੈ ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਗਲੂਕੋਜ਼ ਚ ਐਲਡੀਹਾਈਡ ਗਰੁੱਪ ਹੈ, ਗਲੂਕੋਜ਼ 6 ਕਾਰਬਨ ਐਟਮਸ ਹੈ ਜਿਹੜੇ ਇੱਕ ਲਾਈਨ ਚ ਪਏ ਹੈ, ਗਲੂਕੋਜ਼ ਦੇ ਵਿੱਚ ਪ੍ਰਾਇਮਰੀ ਅਲਕੋਹਲ ਹੈ ਜਿਹੜਾ ਕਿ ਕਾਰਬੋਕਸਿਲਿਕ ਐਸਿਡ ਚੇਂਜ ਹੋ ਗਿਆ। ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਇਹਨਾਂ ਰਿਐਕਸ਼ਨਸ ਤੋਂ ਪਤਾ ਲੱਗਦੀਆਂ। ਠੀਕ ਹੈ, ਸੋ ਇਹ ਰਿਐਕਸ਼ਨਸ ਜਿਹੜੀਆਂ ਹੈਗੀਆਂ ਚੰਗੀ ਤਰ੍ਹਾਂ ਤੁਸੀਂ ਲਰਨ ਕਰਨੀਆਂ ਹੈ। ਠੀਕ ਹੈ, ਤੇ ਅੱਗੇ ਆਪਾਂ ਸਟਾਰਟ ਕਰਦੇ ਹਾਂ ਨੈਕਸਟ ਟੌਪਿਕ ਇਸ ਦੇ ਵਿੱਚ। ਹਾਂਜੀ, ਗਲੂਕੋਜ਼ ਦੀ ਸਟਰਕਚਰ ਬਾਰੇ ਕੁਝ ਹੋਰ ਇਨਫੋਰਮੇਸ਼ਨ ਆਪਾਂ ਨੂੰ ਚਾਹੀਦੀ ਹੈ, ਜ਼ਰੂਰੀ ਹੈ। ਪਹਿਲੀ ਰਿਐਕਸ਼ਨ ਜੋ ਹੈ ਅਮੋਨੀਆ ਨਾਲ, ਗਲੂਕੋਜ਼ ਅਮੋਨੀਆ ਨਾਲ ਰਿਐਕਟ ਨਹੀਂ ਕਰਦਾ। ਠੀਕ ਹੈ, ਗਲੂਕੋਜ਼ ਅਮੋਨੀਆ ਨਾਲ ਰਿਐਕਟ ਨਹੀਂ ਕਰਦਾ, ਹਾਲਾਂਕਿ ਜਿੰਨੇ ਵੀ ਐਲਡੀਹਾਈਡ ਗਰੁੱਪਸ ਨੇ ਉਹ ਅਮੋਨੀਆ ਨਾਲ ਰਿਐਕਸ਼ਨ ਸ਼ੋ ਕਰਦੇ ਹੈ, ਬਟ ਗਲੂਕੋਜ਼ ਨਹੀਂ ਕਰ ਰਿਹਾ। ਠੀਕ ਹੈ,
ਗਲੂਕੋਜ਼ ਸੋਡੀਅਮ ਬਾਈਸਲਫਾਈਡ ਨਾਲ ਵੀ ਰਿਐਕਸ਼ਨ ਸ਼ੋ ਨਹੀਂ ਕਰਦਾ, ਠੀਕ ਹੈ। ਗਲੂਕੋਜ਼ ਸ਼ਿਫਟ ਟੈਸਟ ਵੀ ਨਹੀਂ ਦਿੰਦਾ, ਠੀਕ ਹੈ। ਇਹ ਤਿੰਨੇ ਰਿਐਕਸ਼ਨਸ ਜੇ ਮੈਂ ਕਹਾਂ ਤਾਂ ਐਲਡੀਹਾਈਡ ਦੀਆਂ ਕੈਰੈਕਟਰਿਸਟਿਕ ਰਿਐਕਸ਼ਨਸ ਹੁੰਦੀਆਂ, ਬਟ ਗਲੂਕੋਜ਼ ਇਹ ਤਿੰਨੇ ਰਿਐਕਸ਼ਨ ਸ਼ੋ ਨਹੀਂ ਕਰ ਰਿਹਾ, ਠੀਕ ਹੈ। ਸ਼ਿਫਟ ਬੇਸ ਵੀ ਨਹੀਂ ਬਣਾਉਂਦਾ ਤੇ ਇਹਨਾਂ ਦੋਨਾਂ ਨਾਲ ਵੀ ਰਿਐਕਟ ਨਹੀਂ ਕਰਦਾ। ਅੱਛਾ, ਗਲੂਕੋਜ਼ ਜੋ ਰਿਐਕਸ਼ਨ ਸ਼ੋ ਕਰਦਾ ਹੈ ਉਹ ਹੈਗੀ ਹੈ ਇੱਕ ਟੋਲਰਨ ਰੀਏਜੈਂਟ ਤੇ ਫੈਲਿੰਗ ਸੋਲੂਸ਼ਨ। ਗਲੂਕੋਜ਼ ਇਹਨਾਂ ਦੋਨਾਂ ਨੂੰ ਰਿਡਿਊਸ ਕਰ ਸਕਦਾ ਹੈ, ਠੀਕ ਹੈ। ਗਲੂਕੋਜ਼ ਟੋਲਰਨ ਰੀਏਜੈਂਟ ਨਾਲ ਵੀ ਰਿਐਕਸ਼ਨ ਸ਼ੋ ਕਰਦਾ ਹੈ, ਫੈਲਿੰਗ ਸੋਲੂਸ਼ਨ ਨਾਲ ਵੀ ਰਿਐਕਸ਼ਨ ਸ਼ੋ ਕਰਦਾ ਹੈ, ਠੀਕ ਹੈ। ਤੇ ਮਿਊਟਾ ਰੋਟੇਸ਼ਨ ਇਹ ਇੱਕ ਬਹੁਤ ਇੰਪੋਰਟੈਂਟ ਪ੍ਰੋਪਰਟੀ ਹੈ, ਇਟ ਸ਼ੋਜ਼ ਮਿਊਟਾ ਰੋਟੇਸ਼ਨ। ਤਾਂ ਆਪਾਂ ਮਿਊਟਾ ਰੋਟੇਸ਼ਨ ਨੂੰ ਥੋੜਾ ਜਿਹਾ ਡਿਸਕਸ ਕਰੀਏ। ਹਾਂਜੀ, ਮਿਊਟਾ ਰੋਟੇਸ਼ਨ ਕੀ ਹੈ? ਮਿਊਟਾ ਰੋਟੇਸ਼ਨ ਦਾ ਮਿਊਟਾ ਦਾ ਮਤਲਬ ਹੁੰਦਾ ਹੈ ਚੇਂਜ ਇਨ ਰੋਟੇਸ਼ਨ। ਕਿਹੜੀ ਰੋਟੇਸ਼ਨ? ਸਪੈਸਿਫਿਕ ਰੋਟੇਸ਼ਨ, ਠੀਕ ਹੈ। ਜਿਹੜੀ ਆਪਾਂ ਸਪੈਸਿਫਿਕ ਰੋਟੇਸ਼ਨ ਆਪਾਂ ਦੇਖਦੇ ਹਾਂ ਸਟੀਰੀਓਕੈਮਿਸਟਰੀ ਦੇ ਵਿੱਚ ਆਪਣੇ ਕੋਲ ਆਉਂਦੀ ਹੈ ਕਿ ਕੋਈ ਵੀ ਸਬਸਟੈਂਸ ਜੋ ਹੈ ਉਹ ਪਲੇਨ ਪੋਲਰਾਈਜ਼ਡ ਸਾਈਡ ਨੂੰ ਜਾਂ ਤਾਂ ਰਾਈਟ ਸਾਈਡ ਤੇ ਰੋਟੇਟ ਕਰਦਾ ਹੈ, ਲੈਫਟ ਸਾਈਡ ਤੇ ਰੋਟੇਟ ਕਰਦਾ ਹੈ, ਉਹ ਕਿੰਨਾ ਰੋਟੇਟ ਕਰਦਾ ਹੈ ਅੰਡਰ ਪਾਰਟਿਕੂਲਰ ਕੰਡੀਸ਼ਨ, ਦੈਟ ਇਜ਼ ਕਾਲਡ ਸਪੈਸਿਫਿਕ ਰੋਟੇਸ਼ਨ। ਤਾਂ ਗਲੂਕੋਜ਼ ਦਾ ਜੋ ਮੋਲੀਕਿਊਲ ਹੈ ਉਸ ਦੀ ਸਪੈਸਿਫਿਕ ਰੋਟੇਸ਼ਨ 'ਚ ਚੇਂਜ ਆਉਂਦੀ ਰਹਿੰਦੀ ਹੈ ਵਿਦ ਟਾਈਮ। ਵਿਦ ਟਾਈਮ ਇਸ ਦਾ ਮਤਲਬ ਗਲੂਕੋਜ਼ ਦੇ ਸੋਲੂਸ਼ਨ 'ਚ ਆਪਾਂ ਕੋਈ ਐਸਿਡ ਬੇਸ ਪਾ ਕੇ ਉਸ ਦੀ ਰੋਟੇਸ਼ਨ ਚੇਂਜ ਨਹੀਂ ਕਰ ਰਹੇ, ਗਲੂਕੋਜ਼ ਦਾ ਸਿਰਫ ਸੋਲੂਸ਼ਨ ਬਣਾ ਕੇ ਰੱਖਤਾ ਤੇ ਜਿਹੜਾ ਉਹ ਸੋਲੂਸ਼ਨ ਹੈ ਉਸ ਦੇ ਵਿੱਚ ਟਾਈਮ ਨਾਲ ਆਪਣੇ ਆਪ ਹੀ ਰੋਟੇਸ਼ਨ 'ਚ ਚੇਂਜ ਆਉਂਦੀ ਰਹਿੰਦੀ ਹੈ। ਸੋ ਦਿਸ ਚੇਂਜ ਇਨ ਰੋਟੇਸ਼ਨ ਵਿਦ ਰਿਸਪੈਕਟ ਟੂ ਟਾਈਮ ਇਜ਼ ਕਾਲਡ ਮਿਊਟਾ ਰੋਟੇਸ਼ਨ, ਠੀਕ ਹੈ। ਤਾਂ ਇਹ ਮਿਊਟਾ ਰੋਟੇਸ਼ਨ ਆਪਾਂ ਨੇ ਸਟੱਡੀ ਕਰਨੀ ਹੈ। ਆਜੋ ਜੀ ਮਿਊਟਾ ਰੋਟੇਸ਼ਨ ਆਪਾਂ ਸਟੱਡੀ ਕਰੀਏ। ਹਾਂ, ਅੱਛਾ, ਇੱਥੇ ਆਪਾਂ ਨੂੰ ਅਲਫਾ ਬੀਟਾ ਬਾਰੇ ਪਤਾ ਹੋਣਾ ਚਾਹੀਦਾ ਹੈ, ਬਟ ਹਲੇ ਉਹ ਆਪਣੇ ਕੋਲੇ ਨਹੀਂ ਆਇਆ। ਦੇਖੋ ਜੀ, ਗਲੂਕੋਜ਼ ਜੋ ਹੈ ਉਸ ਦੀਆਂ ਦੋ ਫਾਰਮਸ ਹੁੰਦੀਆਂ। ਇੱਕ ਤਾਂ ਦੇਖੋ ਸਿੰਪਲ ਓਪਨ ਚੇਨ ਫਾਰਮ ਹੁੰਦੀ ਹੈ, ਬਟ ਜਿਹੜਾ ਗਲੂਕੋਜ਼ ਹੈ ਉਹ ਓਪਨ ਚੇਨ ਤੋਂ ਸਾਈਕਲਿਕ ਚੇਨ ਦੇ ਵਿੱਚ, ਸਾਈਕਲਿਕ ਮੋਲੀਕਿਊਲ ਦੇ ਵਿੱਚ ਕਨਵਰਟ ਹੋ ਜਾਂਦਾ ਹੈ, ਠੀਕ ਹੈ। ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਣਾ ਕੇ ਦਿਖਾਊਂਗਾ ਸਾਈਕਲਿਕ ਮੋਲੀਕਿਊਲ ਕਿਵੇਂ ਬਣਦੇ ਆ, ਠੀਕ ਹੈ। ਬਟ ਫੋਰ ਅ ਟਾਈਮ ਤੁਸੀਂ ਇੰਨੀ ਗੱਲ ਯਾਦ ਰੱਖੋ ਕਿ ਦੋ ਸਾਈਕਲਿਕ ਫਾਰਮਸ ਹੁੰਦੀਆਂ, ਇੱਕ ਅਲਫਾ ਫਾਰਮ ਹੁੰਦੀ ਹੈ ਤੇ ਇੱਕ ਹੁੰਦੀ ਹੈ ਬੀਟਾ ਫਾਰਮ, ਜਿਸ ਨੂੰ ਆਪਾਂ ਅਲਫਾ ਗਲੂਕੋਜ਼ ਤੇ ਬੀਟਾ ਗਲੂਕੋਜ਼ ਕਹਿੰਦੇ ਆ, ਠੀਕ ਹੈ। ਇੱਕ ਅਲਫਾ ਗਲੂਕੋਜ਼ ਹੈ ਤੇ ਇੱਕ ਹੈ ਬੀਟਾ ਗਲੂਕੋਜ਼। ਤਾਂ ਜਿਹੜਾ ਗਲੂਕੋਜ਼ ਦਾ ਮੋਲੀਕਿਊਲ ਹੈ, ਜਦੋਂ ਤੁਸੀਂ ਉਸ ਨੂੰ ਵਾਟਰ ਦੇ ਵਿੱਚ ਡਿਸੋਲਵ ਕਰਕੇ ਰੱਖ ਦਿੰਦੇ ਹੋ ਤਾਂ ਜਿਹੜਾ ਉਹਦਾ ਓਪਨ ਫਾਰਮ ਹੈ ਉਹ ਮਤਲਬ ਇੱਕ ਰਿਵਰਸੀਬਲ ਰਿਐਕਸ਼ਨ ਸ਼ੋ ਕਰਦਾ ਹੈ। ਉਸ ਦੇ ਵਿੱਚ ਜਿਹੜੇ ਮੋਲੀਕਿਊਲਸ ਨੇ ਅਲਫਾ ਵਾਲੇ ਉਹ ਬੀਟਾ 'ਚ ਕਨਵਰਟ ਹੁੰਦੇ ਰਹਿੰਦੇ ਆ, ਬੀਟਾ ਵਾਲੇ ਅਲਫਾ 'ਚ ਕਨਵਰਟ ਹੁੰਦੇ ਰਹਿੰਦੇ ਆ, ਇੱਕ ਦੂਸਰੇ 'ਚ ਕਨਵਰਟ ਹੁੰਦੇ ਰਹਿੰਦੇ ਆ। ਓਪਨ ਚੇਨ ਜਿਹੜੀ ਹੈਗੀ ਇਹਨਾਂ ਦੋਨਾਂ ਨਾਲ ਇਕੁਇਲਿਬਰੀਅਮ ਦੇ ਵਿੱਚ ਹੈ, ਠੀਕ ਹੈ। ਤੇ ਇਹ ਇੱਕ ਦੂਸਰੇ 'ਚ ਕਨਵਰਟ ਹੁੰਦੇ ਰਹਿੰਦੇ ਆ ਵਿਦ ਟਾਈਮ। ਤੇ ਜੇ ਆਪਾਂ ਸਪੈਸਿਫਿਕ ਰੋਟੇਸ਼ਨ ਦੀ ਗੱਲ ਕਰੀਏ, ਅਲਫਾ ਜੋ ਹੈ ਦੈਟ ਇਜ਼ ਅ ਸਿੰਬਲ ਆਫ ਸਪੈਸਿਫਿਕ ਰੋਟੇਸ਼ਨ, ਤੇ ਓਪਨ ਚੇਨ ਦੀ ਸਪੈਸਿਫਿਕ ਰੋਟੇਸ਼ਨ ਹੈ 52.5 ਡਿਗਰੀ, ਠੀਕ ਹੈ। ਅਲਫਾ ਦੀ ਹੈ ਪਲੱਸ 111 ਡਿਗਰੀ ਤੇ ਬੀਟਾ ਦੀ ਹੈ ਪਲੱਸ 19.2 ਡਿਗਰੀ, ਪਲੱਸ 19.2 ਡਿਗਰੀ, ਠੀਕ ਹੈ। ਤਾਂ ਗਲੂਕੋਜ਼ ਦੇ ਵਿੱਚ ਕੀ ਹੁੰਦਾ, ਜਿਹੜੇ ਅਲਫਾ ਤੇ ਬੀਟਾ ਫਾਰਮਸ ਨੇ ਉਹ ਇੱਕ ਦੂਸਰੇ ਦੇ ਵਿੱਚ ਇੰਟਰ ਕਨਵਰਟ ਹੁੰਦੇ ਰਹਿੰਦੇ ਆ। ਤਾਂ ਇਸ ਦੇ ਕਾਰਨ ਜਿਹੜੀ ਇਹਦੀ ਸਪੈਸਿਫਿਕ ਰੋਟੇਸ਼ਨ ਆ ਉਹ ਕੰਟੀਨਿਊਸਲੀ ਚੇਂਜ ਹੁੰਦੀ ਰਹਿੰਦੀ ਹੈ, ਠੀਕ ਹੈ। ਬਿਕੋਜ਼ ਅਲਫਾ ਵਾਲਾ ਬੀਟਾ 'ਚ ਤੇ ਬੀਟਾ ਵਾਲਾ ਅਲਫਾ 'ਚ ਕਨਵਰਟ ਹੁੰਦਾ ਰਹਿੰਦਾ ਹੈ। ਬਟ ਫਾਈਨਲੀ ਇੱਕ ਟਾਈਮ ਆਉਂਦਾ ਹੈ ਜਿੱਥੇ ਇਹ ਕਾਂਸਟੈਂਟ ਹੋ ਜਾਂਦੀ ਹੈ। ਕਾਂਸਟੈਂਟ ਹੋਣ ਦਾ ਮਤਲਬ ਕਿ ਜਿਵੇਂ ਮੋਸਟਲੀ ਜੋ ਮੋਲੀਕਿਊਲਸ ਨੇ ਓਪਨ ਚੇਨ 'ਚ ਆ ਚੁੱਕੇ ਨੇ ਤੇ 52.5 ਡਿਗਰੀ ਜੋ ਰੋਟੇਸ਼ਨ ਹੈ ਉਹ ਆਪਣੇ ਕੋਲੇ ਅਚੀਵ ਹੋ ਜਾਂਦੀ ਹੈ, ਠੀਕ ਹੈ। ਮਤਲਬ ਅਲਫਾ ਵਾਲੇ ਮੋਲੀਕਿਊਲਸ ਲੈ ਲਓ ਚਾਹੇ ਬੀਟਾ ਵਾਲੇ ਮੋਲੀਕਿਊਲਸ ਲੈ ਲਓ, ਜਦੋਂ ਇਹ ਦੋਨੇ ਇਕੁਇਲਿਬਰੀਅਮ 'ਚ ਆ ਗਏ, ਠੀਕ ਹੈ, ਇੱਕ ਪ੍ਰੋਪਰ ਇਕੁਇਲਿਬਰੀਅਮ ਕੰਡੀਸ਼ਨ ਬਣ ਚੁੱਕੀ ਹੈ, ਤਾਂ ਉਸ ਟਾਈਮ ਜਿਹੜੀ ਸਪੈਸਿਫਿਕ ਰੋਟੇਸ਼ਨ ਆਏਗੀ ਆਪਣੇ ਕੋਲੇ ਉਹ 52.5 ਆਏਗੀ ਤੇ ਉਹ 52.5 ਜਿਹੜੀ ਹੈਗੀ ਉਸ ਤੋਂ ਬਾਅਦ ਚੇਂਜ ਨਹੀਂ ਹੋਏਗੀ, ਦੈਟ ਵਿਲ ਬੀ ਕਾਂਸਟੈਂਟ, ਠੀਕ ਹੈ। ਸੋ ਦਿਸ ਚੇਂਜ ਇਨ ਰੋਟੇਸ਼ਨ with respect to time is called muta rotation, ठीक है। ये उਦੋਂ तक चलेगी ਜਦੋਂ तक proper equilibrium achieve नहीं हो ਜਾਂਦਾ, ठीक है। चलो, ये अपने कोले कुछ ग्लूकोज ਦੀਆਂ ਫਾਰਮਸ ਹੈ, ਕੁਝ ਪ੍ਰੋਪਰਟੀਜ਼ ਹੈ। ਹੁਣ ਗਲੂਕੋਜ਼ ਦੀਆਂ ਆਪਾਂ ਸਾਈਕਲਿਕ ਸਟਰਕਚਰਸ ਬਣਾਉਣੀਆਂ ਹੈ, ਠੀਕ ਹੈ। ਇਸੇ ਵੀਡੀਓ ਦੇ ਵਿੱਚ ਕਰ ਲੈਂਦੇ ਆਪਾਂ, ਨੈਕਸਟ ਦੇ ਵਿੱਚ ਰਹਿਣ ਦਿੰਦੇ ਹਾਂ। ਗਲੂਕੋਜ਼ ਦੀਆਂ ਸਾਈਕਲਿਕ ਫਾਰਮਸ ਆਪਾਂ ਨੇ ਬਣਾਉਣੀਆਂ, ਜਿਸ ਨੂੰ ਆਪਾਂ ਕਹਿੰਦੇ ਹਾਂ ਸਾਈਕਲਿਕ ਸਟਰਕਚਰ ऑफ ग्लूकोज, ठीक है। चलो मैं इतने कट करता, नेक्स्ट वीडियो करते हैं।